ਲੜੀਵਾਰ ਸ਼ਬਦ ਵਿਚਾਰ ਆਪਾਂ ਸਰਵਣ ਕਰਦੇ ਆ ਰਹੇ ਹਾਂ। ਅੱਜ ਦਾ ਜੋ ਸ਼ਲੋਕ ਹੈ 17ਵੀਂ ਅਸ਼ਟਪਦੀ ਦਾ ਇਹ ਪਾਵਨ ਪਵਿੱਤਰ ਸ਼ਲੋਕ, ਜਿਹਦੇ ਵਿੱਚ ਅਕਾਲ ਪੁਰਖ ਪਰਮਾਤਮਾ ਜੀਆਂ ਦੇ ਬਾਰੇ ਦਰਸਾਇਆ ਗਿਆ ਹੈ ਔਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 285 ਅੰਗ ਤੇ ਇਹ ਸਬਾਇਮਾਨ ਹੈ। ਆਦ ਸੱਚ ਜੁਗਾਦ ਸੱਚ, ਕਿਉਂਕਿ ਜਿਸ ਅਕਾਲ ਪੁਰਖ ਪਰਮਾਤਮਾ ਨੂੰ ਗੁਰੂ ਨਾਨਕ ਸਾਹਿਬ ਜੀ ਜਾਣਦੇ ਨੇ, ਉਸ ਅਕਾਲ ਪੁਰਖ ਪਰਮਾਤਮਾ ਜੀ ਦੀ ਪੂਜਾ ਸੰਸਾਰ ਕਰ ਹੀ ਨਹੀਂ ਸਕਿਆ। ਕਿਉਂਕਿ ਜਿਹੜਾ ਅਕਾਲ ਪੁਰਖ ਪਰਮਾਤਮਾ ਗੁਰੂ ਨਾਨਕ ਸਾਹਿਬ ਜੀ ਨੇ ਦੱਸਿਆ ਹੈ, ਉਹ ਜੂਨੀਆਂ 'ਚ ਨਹੀਂ ਆਉਂਦਾ, ਉਹ ਜੰਮਦਾ ਵੀ ਨਹੀਂ ਹੈ, ਉਹ ਮਰਦਾ ਨਹੀਂ ਹੈ। ਤੇ ਉਹ ਅਕਾਲ ਪੁਰਖ ਪਰਮਾਤਮਾ ਸਾਨੂੰ ਰਿਜ਼ਕ ਦਿੰਦਾ ਹੈ, ਨਾ ਕਿ ਅਸੀਂ ਉਹਨੂੰ ਕੋਈ ਭੇਟਾ ਦਿੰਦੇ ਹਾਂ ਜਾਂ ਉਸ ਅਕਾਲ ਪੁਰਖ ਪਰਮਾਤਮਾ ਨੂੰ ਕੋਈ ਦੇ ਸਕਦੇ ਹਾਂ। ਜਿਹੜਾ ਅਕਾਲ ਪੁਰਖ ਪਰਮਾਤਮਾ ਗੁਰੂ ਨਾਨਕ ਸਾਹਿਬ ਜੀ ਨੇ ਜਪਿਆ ਹੈ, ਤੇ ਉਸ ਬਾਬਤ ਗੁਰੂ ਨਾਨਕ ਸਾਹਿਬ ਜੀ ਖੁਦ ਇਹ ਵਿਚਾਰ ਦੱਸਦੇ ਨੇ। ਕਹਿੰਦੇ ਕਿ ਉਹ ਅਕਾਲ ਪੁਰਖ ਪਰਮਾਤਮਾ, ਜਿਵੇਂ ਕਹਿੰਦੇ ਨੇ ਆਦ ਸੱਚ, ਆਦ ਤੋਂ ਭਾਵ ਹੁੰਦਾ ਹੈ ਜਦੋਂ ਇਹ ਸੰਸਾਰ ਬਣਿਆ ਹੀ ਨਹੀਂ ਸੀ, ਜਦੋਂ ਇਹ ਸੰਸਾਰ ਪੈਦਾ ਹੀ ਨਹੀਂ ਹੋਇਆ ਸੀ। ਤੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਫਿਰ ਸੰਸਾਰ ਨੇ ਜਿਹੜੇ ਰੱਬ ਬਣਾਏ ਨੇ ਉਹ ਕਿਹੜੇ ਨੇ। ਗੁਰੂ ਨਾਨਕ ਸਾਹਿਬ ਜੀ ਜਪਜੀ ਸਾਹਿਬ ਜੀ ਦੀ ਬਾਣੀ ਦੇ ਵਿੱਚ ਕਹਿੰਦੇ ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਉਹ ਅਕਾਲ ਪੁਰਖ ਪਰਮਾਤਮਾ ਸਾਡੇ ਬਣਾਇਆ ਹੋਇਆ ਬਣਦਾ ਨਹੀਂ ਹੈ, ਉਹਨੂੰ ਥਾਪਿਆ ਨਹੀਂ ਜਾ ਸਕਦਾ। ਥਾਪਣ ਤੋਂ ਭਾਵ ਹੁੰਦਾ ਹੈ ਮੂਰਤੀ ਬਣਾ ਦੇਣਾ ਕੁਛ। ਕੀਤਾ ਨਾ ਹੋਏ ਤੇ ਉਹ ਸਾਡਾ ਬਣਾਇਆ ਹੋਇਆ ਨਹੀਂ ਹੈ। ਆਪੇ ਆਪ ਨਿਰੰਜਨ ਸੋਏ, ਉਹ ਆਪਣੇ ਆਪ ਤੋਂ ਪ੍ਰਕਾਸ਼ਮਾਨ ਹੈ। ਤੇ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀਆਂ ਨੇ ਸਾਨੂੰ ਮੂਲ ਮੰਤਰ ਦੇ ਵਿੱਚ ਵੀ ਸਮਝਾਇਆ ਸੀ ਕਿ ਅਜੂਨੀ ਸੈ ਭੰਗ, ਉਹ ਅਕਾਲ ਪੁਰਖ ਪਰਮਾਤਮਾ ਜੂਨਾ ਤੋਂ ਰਹਿਤ ਹੈ। ਸੈ ਭੰਗ, ਸੈ ਭੰਗ ਦਾ ਅਰਥ ਹੁੰਦਾ ਹੈ ਕਿ ਸਾਡਾ ਕੋਈ ਪਿਛੋਕੜ ਹੈ, ਮਾਪੇ ਨੇ ਸਾਡੇ, ਪਰ ਪਰਮਾਤਮਾ ਜੀ ਦਾ ਕੋਈ ਮਾਪਾ ਨਹੀਂ ਹੈਗਾ। ਉਹ ਉਸ ਦੀ ਮਾਂ ਵੀ ਉਹ ਆਪ ਹੈ, ਤੇ ਆਪਣੇ ਆਪ ਨੂੰ ਪ੍ਰਕਾਸ਼ ਉਹਨੇ ਕੀਤਾ ਵੀ ਉਹਦੀ ਕੋਈ ਮਾਂ ਨਹੀਂ ਹੈਗੀ, ਨਾ ਉਹਦਾ ਬਾਪੂ ਹੈ ਕੋਈ। ਸੈ ਭੰਗ, ਆਪਣੇ ਆਪ ਤੋਂ ਪ੍ਰਕਾਸ਼। ਅਜੂਨੀ, ਉਹ ਜੂਨਾ ਤੋਂ ਰਹਿਤ ਹੈ, ਉਹ ਜੂਨੀਆਂ ਦੇ ਵਿੱਚ ਨਹੀਂ ਆਉਂਦਾ। ਭਗਤ ਨਾਮਦੇਵ ਜੀ ਕਹਿੰਦੇ ਨੇ, ਕਹਿੰਦੇ ਵੇਖੋ ਅਕਾਲ ਪੁਰਖ ਪਰਮਾਤਮਾ ਜੀਆਂ ਨੇ ਜਦੋਂ ਸ੍ਰਿਸ਼ਟੀ ਸਾਜੀ ਸੀ ਨਾ, ਉਸ ਤੋਂ ਪਹਿਲਾਂ ਇਸ ਸੰਸਾਰ ਦੇ ਵਿੱਚ ਕੀ ਸੀਗਾ? ਕੁਝ ਵੀ ਨਹੀਂ। ਕਹਿੰਦੇ ਸਾਰੇ ਪਾਸੇ ਕੇਵਲ ਧੁੰਦ ਪਸਰ ਰਹੀ ਸੀ, ਕੋਈ ਹੈ ਨਹੀਂ ਸੀ, ਕੁਛ ਵੀ ਨਹੀਂ। ਤੇ ਉਸ ਅਕਾਲ ਪੁਰਖ ਪਰਮਾਤਮਾ ਜੀਆਂ ਨੇ ਫਿਰ ਇਸ ਧਰਤੀ ਨੂੰ ਸਾਜਿਆ, ਇਸ ਸਰੀਰ ਨੂੰ ਬਣਾਇਆ। ਹੁਕਮਨਾਮੇ ਦੇ ਰੂਪ ਦੇ ਵਿੱਚ ਆਪਾਂ ਉਹ ਸ਼ਬਦ ਪੜ੍ਹਦੇ ਹਾਂ ਕਿ ਅਕਾਲ ਪੁਰਖ ਪਰਮਾਤਮਾ ਜੀ ਜਦੋਂ ਇਹ ਧਰਤੀ ਨੂੰ ਸਾਜੇ, ਫਿਰ ਅਸੀਂ ਇਹ ਸਾਰੇ ਜੀਵ ਬਣੇ ਆ। ਪਹਿਲਾਂ ਤਾਂ ਗੁਰਬਾਣੀ ਦੇ ਵਿੱਚ ਸਤਿਗੁਰੂ ਜੀ ਕਹਿੰਦੇ ਆਪੀ ਨੇ ਆਪ ਸਾਜਿਓ, ਆਪਣੇ ਆਪ ਨੂੰ ਅਕਾਲ ਪੁਰਖ ਪਰਮਾਤਮਾ ਜੀਆਂ ਨੇ ਸਾਜਿਆ। ਆਪੀ ਨੇ ਰਚਿਓ ਨਾਉ, ਆਪ ਹੀ ਉਹਨੇ ਆਪਣਾ ਜਿਹੜਾ ਨਾਉ ਹੈ, ਨਾਮਣਾ ਰਚਿਆ। ਦੋਈ ਕੁਦਰਤ ਸਾਜੀਏ, ਕਰ ਆਸਣ ਡਿਠੋ
ਜਾਓ। ਫਿਰ ਦੂਸਰੀ ਕੁਦਰਤ ਸਾਜ ਦਿੱਤੀ। ਕੁਦਰਤ ਤੋਂ ਭਾਵ ਇਹ ਸੰਸਾਰ, ਇਹ ਪਸਾਰਾ, ਇਹ ਸਾਰਾ ਕੁਛ ਉਹ ਅਕਾਲ ਪੁਰਖ ਪਰਮਾਤਮਾ ਜੀ ਦੇ ਕਹਿੰਦੇ ਨੇ ਇਹ ਅਸੀਂ ਸਾਰੇ ਜੀਵਾਂ ਫਿਰ ਬਣ ਗਏ, ਅਸੀਂ ਸਾਰਾ ਸੰਸਾਰ ਬਣਿਆ। ਕਹਿੰਦੇ ਨੇ ਪਹਿਲ ਪੁਰੀਏ ਪੁੰਡਰਕ ਬਣਾ, ਪਹਿਲਾਂ ਪਹਿਲ ਕੌਲ ਫੁੱਲਾਂ ਦਾ ਖੇਤ, ਪੁੰਡਰਕ ਬਣਾ, ਬਣਾ ਤੋਂ ਭਾਵ ਹੁੰਦਾ ਹੈ ਜੰਗਲ। ਤਾਂਚੇ ਹੰਸਾ ਸਗਲੇ ਜਨਾ, ਉਸ ਤੋਂ ਬਾਅਦ ਫਿਰ ਇਹ ਸਾਰੇ ਜੀਵ ਜੰਤ ਬਣੇ, ਸਾਰਾ ਕੁਛ ਬਣਿਆ। ਨਾ ਚੰਤੀ ਗੋਪੀ ਜਨਾ ਨਈਆ ਤੇ ਬੈਰੇ ਕੰਨਾ, ਕਹਿੰਦੇ ਨੇ ਇਹ ਉਸ ਅਕਾਲ ਪੁਰਖ ਪਰਮਾਤਮਾ ਜੀ ਦੀ ਹੀ ਸਾਰੀ ਮਾਇਆ ਹੈ, ਉਸੇ ਨੇ ਰਚਿਆ ਸਾਰਾ ਸੰਸਾਰ, ਉਸ ਅਕਾਲ ਪੁਰਖ ਪਰਮਾਤਮਾ ਜੀਆਂ ਨੇ। ਤੇ ਕਹਿੰਦੇ ਇਸ ਤੋਂ ਪਹਿਲਾਂ ਅਰਬਦ ਨਰਬਦ ਧੁੰਦੂ ਘਾਰਾ, ਧਰਨ ਨਾ ਗਗਨਾ ਹੁਕਮ ਅਪਾਰਾ। ਅਰਬਦ ਦਾ ਅਰਥ ਹੈ 10 ਕਰੋੜ ਸਾਲ ਪਹਿਲਾਂ, ਅਰਬਦ। ਫਿਰ ਕਹਿੰਦੇ ਨਰਬਦ, ਇਹਦਾ ਅਰਥ ਹੈ ਕਿ 10 ਕਰੋੜ ਸਾਲ ਪਹਿਲਾਂ ਜਾਂ ਇਸ ਤੋਂ ਵੀ ਪਹਿਲਾਂ, ਗਿਣਤੀ ਤੋਂ ਬਾਹਰ, ਕਿ ਸਾਨੂੰ ਪਤਾ ਨਹੀਂ ਨਾ ਵੀ ਕਦੋਂ ਸੰਸਾਰ ਦੀ ਉਤਪਤੀ ਹੋਈ, ਕਦੋਂ ਇਹ ਸੰਸਾਰ ਬਣਿਆ, ਕਿੰਨੇ ਸਾਲ ਇਹ ਪਹਿਲਾਂ ਬਣ ਚੁੱਕਾ ਹੈ। ਕਿਉਂਕਿ ਜੇ ਅਸੀਂ ਹਜ਼ਾਰਾਂ ਸਾਲ ਪਿੱਛੇ ਖੋਜ ਵੀ ਕਰਦੇ ਨੇ ਅੱਜ ਦੇ ਲੋਕ, ਤਾਂ ਉਹ ਸਿਰਫ ਇੰਨੀ ਗੱਲ ਹੀ ਜਾਣਦੇ ਨੇ ਕਿ ਪਹਿਲਾ ਡਾਇਨਾਸੌਰ ਸੀ, ਅੱਜ ਉਹ ਖਤਮ ਹੋ ਗਏ। ਉਸ ਤੋਂ ਅੱਗੇ ਦਾ ਉਹਨਾਂ ਨੂੰ ਕੁਝ ਨਹੀਂ ਪਤਾ। ਉਹ ਸਿਰਫ ਡਾਇਨਾਸੌਰ ਦੇ ਜਾ ਕੇ ਆਪਣੀ ਕਹਾਣੀ ਖਤਮ ਕਰ ਦਿੰਦੇ ਨੇ ਕਿ ਉਸ ਤੋਂ ਬਾਅਦ ਫਿਰ ਉਹ ਅੱਗ ਦੇ ਗੋਲੇ ਅਸਮਾਨ 'ਚ ਡਿੱਗੇ, ਜਿਹਦੇ ਕਰਕੇ ਉਹ ਖਤਮ ਹੋ ਗਏ। ਪਰ ਉਸ ਤੋਂ ਪਹਿਲਾਂ ਉਹ ਕਿੱਥੋਂ ਆਏ? ਕਿਸੇ ਨੇ ਤਾਂ ਉਹਨਾਂ ਨੂੰ ਸਾਜਿਆ ਹੋਏਗਾ ਨਾ, ਕੋਈ ਤਾਂ ਹੋਏਗਾ ਜਿਹਨੇ ਧਰਤੀ ਨੂੰ ਬਣਾਇਆ। ਕੀਤਾ ਪਸਾਓ ਏਕੋ ਕੁਆਓ, ਤਿਸ ਤੇ ਹੋਏ ਲੱਖ ਦਰਿਆਓ। ਜਦੋਂ ਆਪਾਂ ਸਮਝ ਲਵਾਂਗੇ ਨਾ ਵੀ ਗੁਰੂ ਨਾਨਕ ਸਾਹਿਬ ਜੀ ਦਾ ਰੱਬ ਕਿਹੜਾ ਹੈ ਤੇ ਸੰਸਾਰ ਦੇ ਆਮ ਇਨਸਾਨਾਂ ਦਾ ਰੱਬ ਕਿਹੜਾ ਹੈ, ਫਰਕ ਸਮਝ ਲੱਗ ਜਾਏਗਾ ਫਿਰ। ਕਿ ਉਸ ਤੋਂ ਫਿਰ ਲੱਖਾਂ ਦਰਿਆ ਅਕਾਲ ਪੁਰਖ ਪਰਮਾਤਮਾ ਜੀਆਂ ਨੇ ਸਾਜੇ, ਤਿਸ ਤੇ ਹੋਏ ਲੱਖ ਦਰਿਆਓ। ਨਾ ਚੰਤੀ ਗੋਪੀ ਜਨਾ ਨਈਆ ਤੇ ਬੈਰਕ। ਪਰ ਭਗਤ ਨਾਮਦੇਵ ਜੀ ਕਹਿੰਦੇ ਨੇ ਵੇਖੋ, ਅਕਾਲ ਪੁਰਖ ਪਰਮਾਤਮਾ ਜੀਆਂ ਤੋਂ ਪਹਿਲਾਂ ਅਰਬਦ ਨਰਬਦ ਧੁੰਦੂ ਘਰ, ਜਿਵੇਂ ਕਹਿ ਸਕਦੇ ਹਾਂ ਵੀ ਕੁਝ ਵੀ ਨਹੀਂ ਸੀਗਾ। ਫਿਰ ਨਾਮਦੇਵ ਜੀ ਇੱਕੋ ਗੱਲ ਕਹਿੰਦੇ ਨੇ, ਕਹਿੰਦੇ ਪਹਿਲ ਪੁਰੀਏ ਪੁੰਡਰਕ ਬਣਾ, ਤਾਂ ਚੇ ਹੰਸਾ ਸਗਲੇ ਜਨਾ, ਕ੍ਰਿਸ਼ਨਾ ਤੇ ਜਾਨੂ ਹਰ, ਹਾਰ ਨਾ ਚੰਤੀ ਨਾਸਨਾ, ਪਹਿਲ ਪੁਰਸਾਵਰਾ। ਪਹਿਲਾਂ ਅਕਾਲ ਪੁਰਖ ਪਰਮਾਤਮਾ ਆਪਣੇ ਆਪ ਨੂੰ ਬਣਾਉਂਦਾ ਹੈ, ਅਥੋਣ ਪ੍ਰਸਾਦ ਮਰਾ, ਅਸਗਾ ਅਸ ਉਸਗਾ। ਕਹਿੰਦੇ ਨੇ ਫਿਰ ਅਕਾਲ ਪੁਰਖ ਪਰਮਾਤਮਾ ਜੀਆਂ ਨੇ ਇਹਨਾਂ ਸਾਰਿਆਂ ਜੀਵਾਂ ਦੇ ਵਿੱਚ ਸੱਤਾ ਟਿਕਾ ਦਿੱਤੀ, ਕੋਈ ਸ਼ਕਤੀ ਟਿਕਾ ਦਿੱਤੀ। ਹਰ ਕਾ ਬਾਗਰਾ, ਬਹੁਤ ਸੋਹਣਾ ਬਾਗ ਬਣ ਗਿਆ। ਫਿਰ ਬਾਗ ਤੋਂ ਭਾਵ ਸਾਰੇ ਜੀਵ ਜੰਤ ਬਣ ਗਏ। ਹਰ ਕਾ ਬਾਗਰਾ ਨਾਚੇ ਪਿੰਦੀ ਮੈਂ ਸਾਗਰਾ। ਤੇ ਕਹਿੰਦੇ ਨੇ ਫਿਰ ਇਹ ਖੂਹ ਦੀਆਂ ਟਿੰਡਾਂ ਵਾਂਗੂ, ਖੂਹ ਦੇ ਵਿੱਚੋਂ ਜਦੋਂ ਪਾਣੀ ਕੱਢਿਆ ਜਾਂਦਾ ਸੀ ਤੇ ਉਹ ਪਾਣੀ ਕੱਢਣ ਤੋਂ ਬਾਅਦ ਜਿਹੜਾ ਖੂਹ ਦਾ ਜਿਹੜਾ ਪਾਣੀ ਸੀ, ਉਹ ਜਿਹੜੇ ਜੱਗ ਸੀ ਉਹਨਾਂ ਦੇ ਵਿਚਲਾ ਜਿਹੜਾ ਪਾਣੀ ਹੈ ਉਹ ਕਦੀ ਦੁਬਾਰਾ ਡੁੱਲ ਕੇ ਖੂਹ ਦੇ ਵਿੱਚ ਚਲਾ ਜਾਂਦਾ, ਕਦੀ ਉਹ ਟਿੰਡ ਦੇ ਵਿੱਚ। ਕਹਿੰਦੇ ਜਿਵੇਂ ਉਹ ਪਾਣੀ ਨੱਚਦਾ ਪਿਆ ਨਾ, ਫਿਰ ਇਹ ਜੀਵ ਜੰਤੂ ਸਾਰੇ ਨੱਚਣ ਲੱਗ ਪਏ। ਨੱਚਣ ਤੋਂ ਭਾਵ ਹੁੰਦਾ ਵੀ ਨੱਚਣਾ ਕੁੱਦਣਾ ਨਹੀਂ, ਤੁਰਨਾ ਚੱਲਣਾ ਫਿਰਨਾ, ਮਿਹਨਤ ਕਰਨੀ, ਗੱਲਾਂ ਬਾਤਾਂ ਕਰਨੀਆਂ, ਵਿਚਰਨਾ, ਇਹ ਵੀ ਇੱਕ ਮਤਲਬ ਨੱਚਣਾ। ਉਹਦੇ ਹੁਕਮ ਦੇ ਵਿੱਚ ਚੱਲਣ ਫਿਰਨ ਲੱਗ ਪਏ। ਨਾਚੇ ਪਿੰਦੀ ਮੈਂ ਸਾਗਰਾ। ਫਿਰ ਉਹ ਕਹਿੰਦੇ ਤਰਕ ਨਾ ਚਾ, ਇਸ ਗੱਲ ਬਾਰੇ ਤੂੰ ਹੁਣ ਤਰਕ ਨਾ ਕਰ। ਭਰਮੀਆਂ ਚਾ ਕੇਸਵਾ ਬਚਾਉਣੀ ਅਈਏ ਮਈਏ, ਇਹ ਕਾਨ ਜੀਓ। ਸਾਰਿਆਂ ਦੇ ਵਿੱਚ ਇੱਕ ਅਕਾਲ ਪੁਰਖ ਪਰਮਾਤਮਾ ਜੀਆਂ ਦਾ ਬਚਨ ਕੰਮ ਕਰਦਾ ਹੈ, ਬੋਲ ਕੰਮ ਕਰਦਾ ਹੈ। ਪਿੰਦੀ ਉਬਕਲੇ ਸੰਸਾਰਾ, ਭ੍ਰਮ ਭ੍ਰਮ ਆਏ ਤੁਮਚੇ ਦੁਆਰਾ। ਕਹਿੰਦੇ ਜਿਵੇਂ ਹੁਣ ਖੂਹ ਦਾ ਪਾਣੀ, ਟਿੰਡਾਂ ਦਾ ਪਾਣੀ ਮਹਾਰਾਜ ਨੱਚਦਾ ਪਿਆ ਸੀ ਨਾ, ਉਵੇਂ ਅਸੀਂ ਭਟਕਦੇ ਭਟਕਦੇ ਰੱਬ ਦੇ ਦੁਆਰ ਦੇ ਉੱਪਰ ਆ ਗਏ ਹਾਂ।
ਅਕਾਲ ਪੁਰਖ ਪਰਮਾਤਮਾ ਇਹ ਗੁਰੂ ਨਾਨਕ ਸਾਹਿਬ ਜੀ ਦਾ ਰੱਬ ਹੈ। ਜਿਹੜਾ ਸੰਸਾਰ ਨੇ ਰੱਬ ਲੱਭਿਆ ਹੈ ਉਹ ਕਿਵੇਂ ਦਾ ਹੈ? ਫਰਕ ਗੁਰੂ ਨਾਨਕ ਸਾਹਿਬ ਜੀ ਦੇ ਰੱਬ ਦੇ ਵਿੱਚ ਤੇ ਸੰਸਾਰ ਦੇ ਜਿਹੜੇ ਆਮ ਲੋਕਾਂ ਦੇ ਰੱਬ ਦੇ ਵਿੱਚ ਫਰਕ ਕਿੰਨਾ ਕੁ ਹੈ? ਜਿਹੜਾ ਗੁਰੂ ਨਾਨਕ ਸਾਹਿਬ ਜੀ ਦਾ ਰੱਬ ਹੈ ਉਹ ਰੋਜੀ ਦਿੰਦਾ ਹੈ, ਉਹ ਸਾਰੇ ਸੰਸਾਰ ਨੂੰ ਰਿਜ਼ਕ ਦਿੰਦਾ ਹੈ। ਪਰ ਜਿਹੜਾ ਸਾਡਾ ਰੱਬ ਹੈ ਉਹ ਰੋਟੀ ਛੱਡ ਕੇ ਮਿਲਦਾ ਹੈ। ਫਰਕ ਇੱਥੋਂ ਪੈ ਜਾਂਦਾ ਹੈ। ਜਿਹੜਾ ਗੁਰੂ ਨਾਨਕ ਸਾਹਿਬ ਜੀ ਦਾ ਰੱਬ ਹੈ ਉਹ ਸਾਰੇ ਸੰਸਾਰ ਦੇ ਜੀਵਾਂ ਨੂੰ ਰਿਜ਼ਕ ਦਿੰਦਾ ਹੈ, ਜੀਵ ਜੰਤੂ ਪਸ਼ੂ ਪੰਛੀਆਂ ਨੂੰ ਸਭ ਨੂੰ ਰਿਜ਼ਕ ਦਿੰਦਾ ਹੈ। ਪਰ ਜਿਹੜਾ ਸਾਡਾ ਰੱਬ ਹੈ, ਮਨੁੱਖ ਦਾ ਰੱਬ ਬਣਾਇਆ ਹੋਇਆ ਜਾਂ ਲੱਭਿਆ ਹੋਇਆ, ਉਹ ਰੋਟੀ ਛੱਡ ਕੇ ਮਿਲਦਾ ਹੈ। ਕਿਉਂ? ਅਸੀਂ ਵਰਤ ਰੱਖਦੇ ਹਾਂ ਕਿ ਸਾਨੂੰ ਪ੍ਰਮਾਤਮਾ ਲੱਭ ਜਾਵੇ, ਪਰ ਰੱਬ ਸਾਨੂੰ ਰਿਜ਼ਕ ਦਿੰਦਾ ਹੈ ਕਿ ਇਹਨਾਂ ਸਵਾਸਾਂ ਨੂੰ ਅੱਗੇ ਤੋਰ, ਅੱਗੇ ਵਧਾ ਤੇ ਰੱਬ ਨੂੰ ਚੇਤੇ ਕਰ। ਅਸੀਂ ਧਰਤੀ ਦੇ ਵਿੱਚ ਇੱਕ ਬੀਜ ਬੀਜਦੇ ਹਾਂ ਤੇ ਉਹਦੇ ਤੋਂ ਲੱਖਾਂ ਬੀਜ ਸਾਨੂੰ ਪ੍ਰਾਪਤ ਹੁੰਦੇ ਨੇ, ਮਿਲਦੇ ਨੇ। ਫਿਰ ਅਸੀਂ ਅਕਾਲ ਪੁਰਖ ਪਰਮਾਤਮਾ ਜੀਆਂ ਨੇ ਜੋ ਸਾਡੇ ਵਾਸਤੇ ਵਸਤੂਆਂ ਬਣਾਈਆਂ ਸੀਗੀਆਂ, ਉਹ ਵਸਤੂਆਂ ਅਸੀਂ ਪਰਮਾਤਮਾ ਅੱਗੇ ਅਰਪਣ ਕਰਦੇ ਹਾਂ, ਉਹਨੂੰ ਦੇਸਦੇ ਹਾਂ। ਸ਼ਬਦ ਹੈ ਨਾ, ਕਹਿੰਦੇ ਮਾਈ ਗੋਬਿੰਦ ਪੂਜਾ ਕਹਾਂ ਲੈ ਚਰਾਵੋਂ। ਕਹਿੰਦੇ ਮੈਂ ਰੱਬ ਦੀ ਪੂਜਾ ਕਿਵੇਂ ਕਰਾਂ, ਕਿਵੇਂ ਪਰਮਾਤਮਾ ਜੀ ਦੀ ਪੂਜਾ ਕਰਾਂ? ਕਿਉਂਕਿ ਉਸ ਨੂੰ ਜੇ ਅਸੀਂ ਸੋਚੀਏ ਕਿ ਉਹਨੂੰ ਸਭ ਤੋਂ ਸੁਚਮਤਾ ਵਾਲੀ ਭਰੀ ਚੀਜ਼ ਬਖਸ਼ਿਸ਼ ਕਰਨੀ ਹੈ, ਸਭ ਤੋਂ ਸੁੱਚੀ ਚੀਜ਼ ਉਹਨੂੰ ਰੱਬ ਨੂੰ ਦੇਣੀ ਹੈ, ਤੇ ਕਹਿੰਦੇ ਫਿਰ ਮਨੁੱਖ ਨੇ ਆਪਣੀ ਬਿਰਤੀ ਅਨੁਸਾਰ ਸੁੱਚੀਆਂ ਚੀਜ਼ਾਂ ਮੰਨ ਲਈਆਂ। ਕਿਸੇ ਨੇ ਦੁੱਧ ਅਰਪਣ ਕਰ ਦਿੱਤਾ। ਭਗਤ ਸਾਹਿਬਾਨ ਕਹਿੰਦੇ ਦੂਧ ਤਾਂ ਬਛਰੇ ਥਨੋਂ ਬਿਟਾਰਿਓ, ਫੂਲ ਭਵਰ ਜਲ ਮੀਨ ਵਿਗਾਰਿਓ। ਕਹਿੰਦੇ ਇਹ ਅਕਾਲ ਪੁਰਖ ਪਰਮਾਤਮਾ ਜੀ ਦੀ ਜੇ ਅਸੀਂ ਉਸ ਪੂਜਾ ਕਰਨਾ ਚਾਹੀਏ, ਰੱਬ ਦੀ ਪੂਜਾ ਕਰਨੀ ਚਾਹੀਏ, ਤਾਂ ਸਾਨੂੰ ਉਹਦੀ ਰਜ਼ਾ ਦੇ ਵਿੱਚ ਰਹਿਣਾ ਪਵੇਗਾ, ਉਹਦੇ ਹੁਕਮ ਦੇ ਵਿੱਚ ਚੱਲਣਾ ਪਵੇਗਾ। ਤੇ ਜਿਹੜਾ ਸੰਸਾਰੀ ਰੱਬ ਬੰਦੇ ਨੇ ਬਣਾਇਆ ਹੈ, ਜਿਹਨੂੰ ਮੂਰਤੀ ਬਣਾ ਦਿੱਤੀ ਜਾਂ ਕੋਈ ਸਥਾਪਿਤ ਕਰ ਦਿੱਤਾ, ਉਹ ਰੱਬ ਜਿਹੜਾ ਹੈ ਉਹ ਖਾਂਦਾ ਵੀ ਹੈ, ਪਹਿਨਦਾ ਵੀ ਹੈ, ਪੀਂਦਾ ਵੀ ਹੈ। ਤੇ ਫਿਰ ਬੰਦੇ ਨੇ ਉਹਦੇ ਅੱਗੇ ਦੁੱਧ ਰੱਖਿਆ। ਪਰ ਭਗਤ ਸਾਹਿਬਾਨ ਕਹਿੰਦੇ ਨਹੀਂ, ਉਹ ਅਕਾਲ ਪੁਰਖ ਪਰਮਾਤਮਾ ਤਾਂ ਸਭ ਜੀਵਾਂ ਦੇ ਵਿੱਚ ਬੈਠਾ ਹੋਇਆ ਹੈ। ਦੂਧ ਤਾਂ ਬਛਰੇ ਥਨੋਂ ਬਿਟਾਰਿਓ, ਫੂਲ ਭਵਰ ਜਲ ਮੀਨ ਵਿਗਾਰਿਓ। ਦੁੱਧ ਬਛਰੇ ਨੇ ਝੂਠਾ ਕਰ ਦਿੱਤਾ, ਫੁੱਲ ਭਵਰੇ ਨੇ ਝੂਠਾ ਕਰ ਦਿੱਤਾ, ਮੱਛੀ ਨੇ ਪਾਣੀ ਝੂਠਾ ਕਰ ਦਿੱਤਾ। ਕਿਸ ਤਰੀਕੇ ਦੇ ਨਾਲ ਅਸੀਂ ਰੱਬ ਦੀ ਪੂਜਾ ਕਰੀਏ? ਫਿਰ ਕੋਈ ਤਾਂ ਢੰਗ ਹੋਵੇ। ਫਿਰ ਮਨੁੱਖ ਨੇ ਇਸ ਤੋਂ ਅੱਗੇ ਦੀ ਸੋਚੀ। ਇਸ ਨੇ ਮਨੁੱਖ ਨੇ ਅਕਾਲ ਪੁਰਖ ਪਰਮਾਤਮਾ ਜੀਆਂ ਨੂੰ ਥਾਪ ਵੀ ਲਿਆ, ਬਣਾ ਵੀ ਲਿਆ। ਤੇ ਜਦੋਂ ਕੋਈ ਗੁਰਬਾਣੀ ਕਹਿੰਦੀ ਏ ਉਹ ਅਕਾਲ ਮੂਰਤ ਹੈ, ਅਕਾਲ ਤੋਂ ਭਾਵ ਹੁੰਦਾ ਕਿ ਉਹ ਸਮੇਂ ਦੇ ਵਿੱਚ ਨਹੀਂ ਆਉਂਦਾ। ਤੇ ਸਾਡਾ ਬਣਾਇਆ ਹੋਇਆ ਭਗਵਾਨ ਸਮੇਂ ਵਿੱਚ ਵੀ ਆਉਂਦਾ ਹੈ, ਸਮੇਂ ਦੇ ਅਧੀਨ ਵੀ ਹੈ। ਕਿਉਂਕਿ ਉਹ ਮਿੱਟੀ ਦਾ ਬਣਿਆ ਹੋਇਆ ਹੈ, ਸੀਮੈਂਟ ਦਾ ਬਣਿਆ ਹੋਇਆ ਹੈ। ਤੇ ਹੌਲੀ ਹੌਲੀ ਜੇ ਉਹਨੂੰ ਸਿੱਲਣ ਪਹੁੰਚ ਗਈ ਤੇ ਉਹਨੇ, ਉਸ ਭਗਵਾਨ ਨੇ ਉਹ ਗੱਲ ਵੀ ਜਾਣਾ ਹੈ। ਇਹ ਸੰਸਾਰ ਦਾ ਬਣਾਇਆ ਹੋਇਆ ਰੱਬ ਹੈ। ਕਹਿੰਦੇ ਨੇ ਏਕੇ ਪਾਥਰ ਕੀਚੇ ਭਾਉ, ਦੂਜੇ ਪਾਥਰ ਧਰੀਏ ਪਾਉ। ਇਹ ਜੇ ਓਪੀ ਦੇਵਾ, ਕਹਿੰਦੇ ਨੇ ਇਹ ਕੀ ਗੱਲ ਹੋਈ? ਇੱਕ ਪੱਥਰ ਨੂੰ ਪੂਜ ਲਿਆ, ਇੱਕ ਪੱਥਰ ਦੇ ਉੱਪਰ ਪੈਰ ਧਰ ਲਿਆ। ਕਿਵੇਂ ਫਰਕ ਪਤਾ ਲੱਗੇ? ਫਿਰ ਇਹ ਕੋਈ ਗੱਲ ਨਾ ਬਣੀ। ਇਸ ਕਰਕੇ ਜਿਹੜਾ ਅਕਾਲ ਪੁਰਖ ਪਰਮਾਤਮਾ ਹੈ ਸੱਚੀ ਮੁੱਚੀ ਦਾ, ਜਿਹਦਾ ਕੋਈ ਚੱਕਰ ਚਿੰਨ ਨਹੀਂ ਹੈ, ਜਿਵੇਂ ਜਾਪ ਸਾਹਿਬ ਜੀ ਦੀ ਬਾਣੀ ਦੇ ਵਿੱਚ ਆਪਾਂ ਪੜ੍ਹਦੇ ਹਾਂ, ਚੱਕਰ ਚਿੰਨ ਅਰ ਬਰਨ ਜਾਤ ਅਰ ਪਾਤ ਨਿਹਨ ਜਿਹੇ, ਜਿਹਦਾ ਕੋਈ ਚੱਕਰ ਚਿੰਨ, ਕੋਈ ਸ਼ਕਲ, ਕੋਈ ਚਿਹਰਾ, ਕੋਈ ਮੋਹਰਾ ਕੁਛ ਨਹੀਂ ਹੈ। ਤੇ ਨਾ ਹੀ ਉਹਦੀ ਕੋਈ ਜਾਤ ਹੈ, ਨਾ ਹੀ ਕੋਈ ਉਹਦਾ ਵਰਨ ਹੈ। ਵਰਨ ਤੋਂ ਭਾਵ ਹੁੰਦਾ ਹੈ ਕਿ ਜਿਵੇਂ ਸਾਡੇ ਕਿਤੇ ਬਾਬਿਆਂ ਦੇ ਨਾਲ, ਕਿਸੇ ਚੰਗੇ ਬਾਬੇ ਦੇ ਨਾਲ ਕੁੱਲ ਮਿਲਦੀ ਹੋਵੇ ਨਾ, ਤੇ ਅਸੀਂ
ਹੱਸ ਕੇ ਕਹਿੰਦੇ ਆ ਵੀ ਆਪਾਂ ਬਾਬੇ ਦੀ ਕੁੱਲ ਦੇ ਵਿੱਚੋਂ ਹੈਗੇ ਆ, ਸਾਡੀ ਕੁੱਲ ਉਹਨਾਂ ਦੀ ਕੁੱਲ ਨਾਲ ਮਿਲਦੀ ਹੈ, ਪਰ ਰੱਬ ਦੀ ਕੋਈ ਕੁੱਲ ਨਹੀਂ ਹੈਗੀ। ਚੱਕਰ ਚਿੰਨ੍ਹ ਅਰ ਵਰਨ ਜਾਤ ਅਰ ਪਾਤ ਨਿਨ ਜੇ, ਕੋਈ ਜਾਤ ਨਹੀਂ ਹੈਗੀ। ਰੂਪ ਰੰਗ ਅਰ ਰੇਖ ਭੇਖ, ਕਹਿੰਦੇ ਕੋਈ ਉਹਦਾ ਰੂਪ ਜਾਂ ਕੋਈ ਉਹਦਾ ਰੰਗ, ਰੂਪ ਰੰਗ ਅਰ ਰੇਖ, ਰੇਖ ਕਹਿੰਦੇ ਨੇ ਹੱਥਾਂ ਦੀਆਂ ਲਕੀਰਾਂ ਨੂੰ, ਕੋਈ ਉਹਦਾ ਫਿੰਗਰਪ੍ਰਿੰਟ ਵੀ ਨਹੀਂ ਹੈਗਾ ਵੀ ਉਹ ਕੋਈ ਹੱਥਾਂ ਦੀਆਂ ਲਕੀਰਾਂ, ਕੋਈ ਨਿਸ਼ਾਨ ਹੀ ਮਿਲ ਜਾਵੇ। ਕੋ ਕਹਿ ਨਾ ਸਕਤ ਕਿਹ ਅਚਲ ਮੂਰਤ, ਅਚਲ ਤੋਂ ਭਾਵ ਹੁੰਦਾ ਕਿ ਅਸੀਂ ਸਾਰੇ ਜੀਵ, ਸਾਡੀ ਕੋਈ ਮੰਡਿਆਦ ਹੈ, ਕੋਈ ਸਮਾਂ ਹੈ, ਤੇ ਸਾਡੀ ਅਵਸਥਾ ਬਦਲਦੀ ਹੈ। ਬਦਲਦੀ ਕਿਵੇਂ ਹੈ? ਕਹਿੰਦੇ ਇੱਕ ਛੋਟੇ ਜਿਹੇ ਸਰੂਪ ਤੋਂ ਇੱਕ ਕਿੰਨਾ ਵੱਡਾ ਆਕਾਰ ਬਣਾ ਦਿੱਤਾ ਰੱਬ ਜੀ ਨੇ। ਜਿਵੇਂ ਸੁਖਮਨੀ ਸਾਹਿਬ ਜੀ ਦੀ ਬਾਣੀ ਕਹਿੰਦੇ ਨਾ, ਕਵਨ ਮੂਲ ਤੇ ਕਵਨ ਦ੍ਰਿਸ਼ ਟਾਨੀ, ਵੇਖ ਤੂੰ ਕਿਸ ਮੂਲ ਤੋਂ ਬਣ ਕੇ ਤੇ ਕਿਹੋ ਜੀ ਤੇਰੀ ਦ੍ਰਿਸ਼ਟੀ ਬਣ ਗਈ। ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ, ਇੱਕ ਪਾਣੀ ਦੀ ਬੂੰਦ ਸਰੀਰ ਨੂੰ ਐਡਾ ਵੱਡਾ ਆਕਾਰ ਬਣਾ ਦਿੱਤਾ। ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ, ਜਿਨ ਤੋਂ ਸਾਜ ਸਵਾਰ ਸ਼ਿੰਗਾਰਿਆ, ਗਰਭ ਅਗਨ ਮੈਂ ਜਿਨੇ ਉਬਾਰਿਆ। ਜਿਸ ਪਰਮਾਤਮਾ ਨੇ ਤੈਨੂੰ ਇਸ ਸੰਸਾਰ ਦੇ ਵਿੱਚ ਭੇਜਿਆ ਤੇ ਜਠਰ ਅਗਨ ਤੋਂ ਬਚਾਇਆ ਤੈਨੂੰ, ਜਿੱਥੇ ਭੋਜਨ ਸੜ ਜਾਂਦਾ ਹੈ, ਗਲ ਜਾਂਦਾ ਹੈ, ਉੱਥੇ ਤੇਰੀ ਰੱਖਿਆ ਕੀਤੀ। ਉਹ ਅਕਾਲ ਪੁਰਖ ਪਰਮਾਤਮਾ ਹੁਣ ਉਹ ਗੁਰੂ ਨਾਨਕ ਸਾਹਿਬ ਜੀ ਦਾ ਪਰਮਾਤਮਾ ਹੈ। ਪਰ ਜਿਹੜਾ ਇਹ ਸਾਡਾ ਪਰਮਾਤਮਾ ਬਣਾਇਆ ਹੋਇਆ ਹੈ, ਸਾਡਾ ਅਕਾਲ ਪੁਰਖ ਪਰਮਾਤਮਾ ਬਣਾਇਆ ਹੋਇਆ ਹੈ, ਉਹ ਅਕਾਲ ਪੁਰਖ ਪਰਮਾਤਮਾ ਦੀ ਅਸੀਂ ਪੂਜਾ ਵੀ ਕਰਦੇ ਹਾਂ, ਅਸੀਂ ਉਹਨੂੰ ਮੱਥੇ ਵੀ ਟੇਕਦੇ ਹਾਂ, ਉਹਨੂੰ ਇਸ਼ਨਾਨ ਵੀ ਕਰਾਉਂਦੇ ਹਾਂ। ਪਰ ਜਿਹੜਾ ਰੱਬ ਦਾ, ਗੁਰੂ ਨਾਨਕ ਸਾਹਿਬ ਜੀ ਦਾ ਪਰਮਾਤਮਾ ਹੈ, ਉਹਦਾ ਕੋਈ ਚੱਕਰ ਚੇਨ ਨਹੀਂ ਹੈਗਾ, ਕੋਈ ਸ਼ਕਲ ਨਹੀਂ ਹੈਗੀ, ਕੋਈ ਰੇਖ ਭੇਖ ਨਹੀਂ ਹੈਗਾ, ਕੁਝ ਵੀ ਨਹੀਂ ਹੈ। ਫਰਕ ਇੱਥੋਂ ਪੈ ਜਾਂਦਾ ਹੈ ਕਿ ਉਹ ਸਮੇਂ ਦੇ ਵਿੱਚ ਨਹੀਂ ਆਉਂਦਾ। ਅਸੀਂ ਸਾਰੇ ਜੀਵ ਸਮੇਂ ਦੇ ਵਿੱਚ ਆ, ਸਮੇਂ ਦੇ ਅਧੀਨ ਆ। ਸਾਡੇ ਉੱਪਰ ਅਵਸਥਾ, ਭੂਤ ਕਾਲ, ਭਵਿੱਖ, ਵਰਤਮਾਨ, ਇਹ ਸਾਰੇ ਟੁਕਦੇ ਨੇ, ਪਰ ਪਰਮਾਤਮਾ ਦੇ ਉੱਪਰ ਇਹ ਕਾਲ ਨਹੀਂ ਟੁਕਦੇ। ਤਾਂ ਹੀ ਉਹਦਾ ਨਾਮ ਅਕਾਲ ਪੁਰਖ ਪਰਮਾਤਮਾ ਹੈ, ਅਕਾਲ। ਤੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ, ਪਹਿਲਾਂ ਉਹਨਾਂ ਨੇ ਮੂਲ ਮੰਤਰ ਦੇ ਵਿੱਚ ਸਾਨੂੰ ਸਮਝਾਇਆ ਇੱਕ, ਕਿ ਉਹ ਬਹੁਤੇ ਨਹੀਂ ਹੈਗੀ ਪਰਮਾਤਮਾ। ਉਹਦੇ ਫਿਰ ਸਰੀਰ ਨੇ, ਭੇਖ ਨੇ ਉਹਦੇ, ਜਿਹੜੇ ਸੰਸਾਰ ਦੇ ਵਿੱਚ ਆਏ ਨੇ ਨਾ ਸਾਨੂੰ ਤਾਰਨ ਵਾਸਤੇ। ਜਿਵੇਂ ਆਪਾਂ ਸ਼ਬਦ ਪੜ੍ਹਦੇ ਹਾਂ, ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਇਹ ਗੁਰੂ ਨਾਨਕ ਸਾਹਿਬ ਜੀਆਂ ਦੇ ਵਾਸਤੇ ਸ਼ਬਦ ਹੈ ਕਿ ਆਪ ਰੱਬ ਕਲਾ ਧਾਰ ਕੇ। ਹੁਣ ਕਲਾ ਧਾਰਨ ਤੋਂ ਭਾਵ ਕੀ ਹੁੰਦਾ ਹੈ? ਸਰੀਰ ਧਾਰ ਕੇ। ਜਗ ਮੈਂ ਪਰਵਰਿਓ, ਸੰਸਾਰ ਦੇ ਵਿੱਚ ਆਇਆ। ਤੇ ਜੇ ਬੰਦਾ ਆਖੇ ਵੀ ਕਲਾ ਧਾਰ ਕੇ ਕੋਈ ਕਰਾਮਾਤ ਕੀਤੀ, ਕਰਾਮਾਤ ਕੀ? ਸੰਸਾਰ ਦੇ ਵਿੱਚ ਰੱਬ ਜੀਆਂ ਨੂੰ, ਜੇ ਮਨੁੱਖ ਨੂੰ ਸਮਝਾਉਣ ਵਾਸਤੇ, ਹੁਣ ਮਨੁੱਖ ਹੀ ਆਏਗਾ ਨਾ, ਮਨੁੱਖ ਨੂੰ ਸਮਝਾਉਣ ਵਾਸਤੇ ਮਨੁੱਖ ਹੀ ਆਏਗਾ। ਜੇ ਕਿਤੇ ਰੱਬ ਕਿਸੇ ਪਸ਼ੂ ਦੇ ਵਿੱਚ, ਜਿਵੇਂ ਹੁਣ ਸਾਰੇ ਜੰਗਲ ਦਾ ਰਾਜਾ ਸ਼ੇਰ ਹੈ, ਤੇ ਜੇ ਕਿਤੇ ਹਾਥੀ ਇੰਨਾ ਤਾਕਤਵਰ ਹੈ, ਤੇ ਜੇ ਰੱਬ ਕਹਿ ਦਿੰਦਾ ਵੀ ਇਹ ਜਿਹੜਾ ਬੰਦਾ ਹੈ, ਇਹਨੂੰ ਸਮਝਾਉਣ ਵਾਸਤੇ ਕਿਤੇ ਹਾਥੀ ਦੇ ਅੰਦਰ ਕੋਈ ਸੱਤਾ ਟਿਕਾ ਦਿੱਤੀ ਜਾਂਦੀ, ਤੇ ਕਿਵੇਂ ਦਾ ਭਗਵਾਨ ਬਣ ਜਾਂਦਾ, ਸਾਡੀ ਹਾਲਤ ਕਿਵੇਂ ਦੀ ਹੋ ਜਾਂਦੀ। ਕਿਉਂਕਿ ਅਸੀਂ ਅੱਜ ਅਕਾਲ ਪੁਰਖ ਪਰਮਾਤਮਾ ਨੂੰ ਛੱਡ ਕੇ ਤੇ ਪਸ਼ੂ ਪੰਛੀਆਂ ਦੀ ਪੂਜਾ ਕਰਦੇ ਪਏ ਆ। ਕਿਸੇ ਦਾ ਕੋਈ ਪਸ਼ੂ ਗੁਰੂ ਬਣ ਗਿਆ, ਕਿਸੇ ਨੇ ਆਪਣਾ ਕੋਈ ਪੰਛੀ ਗੁਰੂ ਬਣਾ ਲਿਆ। ਅਕਾਲ ਨੂੰ ਛੱਡ ਕੇ ਤੇ ਅਸੀਂ ਉਹਨਾਂ ਚੀਜ਼ਾਂ ਦੇ ਵਿੱਚ, ਵਸਤੂਆਂ ਦੇ ਵਿੱਚ ਪੈ ਗਏ ਜਿਨ੍ਹਾਂ ਰੱਬ ਨੇ ਬਣਾਈਆਂ ਹੋਈਆਂ ਨੇ, ਜਿਹੜੀਆਂ ਸੰਸਾਰ ਨੇ। ਕੋਈ ਪਸ਼ੂ ਦੀ ਪੂਜਾ ਕਰੀ ਜਾਂਦਾ ਹੈ, ਕੋਈ ਪੰਛੀ ਦੀ ਪੂਜਾ ਕਰੀ ਜਾਂਦਾ ਹੈ। ਇਵੇਂ ਹੀ ਸਾਰਾ ਸੰਸਾਰ ਵਿਚਾਰਾ ਜਿਹੜਾ ਨਾ, ਉਹ ਬਾਹਰੀ ਤੌਰ ਤੇ ਇਹ ਕੰਮ ਇੱਕ ਬੜਾ ਸੌਖਾ ਢੰਗ ਜਿਹਾ ਲੱਭ ਗਿਆ ਹੈ ਮੂਰਤੀ ਰੱਬ ਨੂੰ ਬਣਾਉਣ ਦਾ, ਕਿ ਰੱਬ ਨੂੰ ਵਿਖਾਉਣ ਦਾ, ਕਿ ਸ਼ਾਇਦ ਜਿਵੇਂ ਕਹਿੰਦੇ ਨੇ ਨਾ ਕਿ ਮਾਥੇ ਤਿਲਕ ਹੱਥ ਮਾਲਾ ਬਣਨਾ, ਲੋਗਣ ਰਾਮ ਖਿਲਾਉਣਾ ਜਾਣਾ। ਲੋਕਾਂ ਨੇ ਨਾ ਰੱਬ ਨੂੰ ਇੱਕ ਖਿਡੌਣਾ ਸਮਝ ਲਿਆ। ਇਹ ਗੁਰਬਾਣੀ ਦੇ ਸ਼ਬਦ ਨੇ। ਗੁਰੂ ਨਾਨਕ ਸਾਹਿਬ ਜੀ ਨੇ ਜਿਹੜਾ ਸਾਨੂੰ ਰੱਬ ਦਿੱਤਾ ਹੈ,
ਉਹ ਜਿਹੜਾ ਥਾਪਿਆ ਨਹੀਂ ਜਾਂਦਾ, ਉਹ ਬਣਾਇਆ ਨਹੀਂ ਜਾਂਦਾ। ਤੇ ਗੁਰਬਾਣੀ ਕਹਿੰਦੀ ਹੈ ਕਿ ਜਿਹੜਾ ਅਕਾਲ ਪੁਰਖ ਪਰਮਾਤਮਾ ਹੈ ਨਾ, ਵਾਹਿਗੁਰੂ ਹੈ, ਉਹ ਕਦੀ ਬਣਾਇਆ ਨਹੀਂ ਜਾ ਸਕਦਾ, ਨਾ ਉਹਦੀ ਕੋਈ ਮੂਰਤ ਬਣਾਈ ਜਾ ਸਕਦੀ ਹੈ, ਨਾ ਉਹਨੂੰ ਕਿਤੇ ਟਿਕਾ ਕੇ ਰੱਖਿਆ ਜਾ ਸਕਦਾ ਹੈ। ਹੁਣ ਅਸੀਂ ਸਾਰੇ ਸੰਸਾਰ ਦੇ ਜੀਵਾਂ ਦੇ ਵਿੱਚ ਕੋਈ ਕਿਹੜੇ ਧਰਮ ਨੂੰ ਮੰਨਦਾ ਹੈ, ਕੋਈ ਕਿਸ ਧਰਮ ਨੂੰ ਮੰਨਦਾ ਪਿਆ ਹੈ, ਤੇ ਕੋਈ ਹਰੇਕ ਬੰਦਾ। ਪਰ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਕਰਦੇ ਹਾਂ ਤੇ ਅਸੀਂ ਵੀ ਤਾਂ ਆਖਾਂਗੇ ਨਾ ਵੀ ਅਸੀਂ ਵੀ ਇੱਕ ਥਾਪ ਕੇ ਰੱਖਿਆ ਹੋਇਆ ਹੈ, ਅਸੀਂ ਵੀ ਇੱਕ ਟਿਕਾਣਾ ਬਣਾ ਕੇ ਰੱਖਿਆ ਹੋਇਆ ਹੈ ਤਾਂ ਵੀ ਥਾਪਿਆ ਹੋਏ ਨਾ, ਬਣਾਏ ਹੋਏ ਨੇ, ਉਹਦੇ ਉੱਪਰ ਲਿਖਿਆ ਗਿਆ। ਕਾਗਜ਼ ਦੇ ਜਿਹੜੇ ਅੰਗ ਨੇ ਇਸ ਬਣਿਆ ਨੇ, ਇਹ ਬਿਰਧ ਵੀ ਹੁੰਦੇ ਨੇ, ਇਹ ਜਿਹੜੀ ਜਿਲਤ ਹੈ ਇਹ ਬਿਰਧ ਵੀ ਹੁੰਦੀ ਹੈ। ਤੇ ਜੇ ਹੁਣ ਜਿਹੜਾ ਸਾਡਾ ਬਣਾਇਆ ਹੋਇਆ ਰੱਬ ਹੈ, ਉਹਨੂੰ ਠੰਡ ਵੀ ਲੱਗਦੀ ਹੈ, ਉਹਨੂੰ ਗਰਮੀ ਵੀ ਲੱਗਦੀ ਹੈ। ਜਦੋਂ ਆਪਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦਾ ਪਾਵਨ ਪਵਿੱਤਰ ਇਹ ਜਿਹੜਾ ਸਰੂਪ ਹੈ, ਜਦੋਂ ਸਰਦੀ ਆ ਜਾਵੇ ਤੇ ਆਮ ਲੋਕ ਤੁਹਾਨੂੰ ਲੜਾਈਆਂ ਕਰਦੇ ਦਿਸ ਜਾਣਗੇ। ਉਹ ਕਿਉਂ? ਉਹਨਾਂ ਦੇ ਬੋਲਣ ਦਾ ਢੰਗ ਤੇ ਤਰੀਕਾ ਕਿਵੇਂ ਦਾ ਹੁੰਦਾ ਹੈ। ਉਹ ਕਹਿੰਦੇ ਨੇ ਆਪ ਤਾਂ ਤੁਸੀਂ 2-2 ਸਵੈਟਰ ਪਾਏ ਹੋਏ ਨੇ ਤੇ ਬਾਬਾ ਜੀ ਨੂੰ ਇੱਕ ਕੰਬਲ ਵੀ ਨਹੀਂ ਹੈ। ਆਪ ਤਾਂ ਤੁਸੀਂ ਕਿੰਨੇ ਸਵੈਟਰ ਕੱਪੜੇ ਪਹਿਨੇ ਹੋਏ ਸਰਦੀ ਦੇ ਵਿੱਚ ਤੇ ਬਾਬਾ ਜੀ ਦੇ ਉੱਪਰ ਕੋਈ ਕੰਬਲ ਨਹੀਂ ਹੈਗਾ। ਹੁਣ ਤੁਸੀਂ ਸੋਚੋ ਵੀ ਗੁਰੂ ਨਾਨਕ ਸਾਹਿਬ ਜੀ ਦਾ ਪਰਮਾਤਮਾ ਤੇ ਸਾਡੇ ਪਰਮਾਤਮਾ ਦੇ ਵਿੱਚ ਫਰਕ ਪੈ ਗਿਆ। ਸਾਡੇ ਬਣਾਏ ਹੋਏ ਪਰਮਾਤਮਾ ਨੂੰ ਸਾਡੇ ਵਾਂਗੂ ਠੰਡ ਵੀ ਲੱਗਦੀ ਹੈ, ਸਾਡੇ ਬਣਾਏ ਹੋਏ ਪਰਮਾਤਮਾ ਜੀਆਂ ਨੂੰ ਉਹਨਾਂ ਨੂੰ ਗਰਮੀ ਵੀ ਲੱਗਦੀ ਹੈ, ਫਿਰ ਉਹਨਾਂ ਵਾਸਤੇ ਏਸੀ ਵੀ ਚੱਲਦਾ ਹੈ। ਫਿਰ ਅਸੀਂ ਉਹੀ ਉਦਾਹਰਨ ਦਿੰਦੇ ਹਾਂ, ਆਪ ਤਾਂ ਅਸੀਂ ਪੱਖਾ ਚਲਾ ਕੇ ਸੌਂਦੇ ਹਾਂ, ਆਪ ਅਸੀਂ ਏਸੀ ਚਲਾ ਕੇ ਸੌਂਦੇ ਹਾਂ, ਤੇ ਬਾਬਾ ਜੀ ਨੂੰ ਅਸੀਂ ਗਰਮੀ 'ਚ ਰੱਖਿਆ ਹੋਇਆ ਹੈ। ਪਰ ਮਹਾਰਾਜ ਕਹਿੰਦੇ ਨਹੀਂ, ਰੱਬ ਨੇ ਤੈਨੂੰ ਬਣਾਇਆ ਹੋਇਆ, ਨਾ ਕਿ ਤੂੰ ਰੱਬ ਨੂੰ ਬਣਾਇਆ ਹੋਇਆ ਹੈ। ਰੱਬ ਕੋਈ ਖਿਡੌਣਾ ਨਹੀਂ ਹੈ। ਲੋਗਨ ਰਾਮ ਖਿਲਾਉਣਾ ਜਾਣਾ, ਲੋਕਾਂ ਨੇ ਰੱਬ ਨੂੰ ਖਿਡੌਣਾ ਸਮਝ ਲਿਆ, ਬਿਲਕੁਲ ਖਿਡੌਣਾ। ਹੁਣ ਖਿਡੌਣਾ ਕੀ ਹੁੰਦਾ ਹੈ? ਖਿਡੌਣਾ ਬੱਚੇ ਦੇ ਅਧੀਨ ਹੁੰਦਾ ਹੈ, ਨਾ ਕਿ ਬੱਚਾ ਉਸ ਖਿਡਾਵੇ ਦੇ ਅਧੀਨ ਹੁੰਦਾ ਹੈ। ਬੱਚੇ ਦੇ ਅਧੀਨ ਹੁੰਦਾ ਹੈ ਨਾ ਖਿਡੌਣਾ, ਉਹ ਚਾਵੇ ਤੇ ਉਹਨੂੰ ਚਾਬੀ ਲਾ ਕੇ ਦੜਾ ਸਕਦਾ ਹੈ। ਬੱਚਾ ਚਾਵੇ ਉਹ ਖੜਾ ਰਵੇ, ਤੇ ਬੱਚੇ ਦਾ ਜਦੋਂ ਮਨ ਅੱਕ ਜਾਏ ਕਈ ਵਾਰੀ ਖਿਡੌਣਾ ਤੋੜ ਵੀ ਦਿੰਦਾ ਹੈ। ਅਸੀਂ ਰੱਬ ਨੂੰ ਕੀ ਸਮਝ ਲਿਆ? ਇਹੀ ਸਤਿਗੁਰੂ ਜੀ ਸਾਨੂੰ ਇਹ ਸਮਝਾਉਣਾ ਚਾਹੁੰਦੇ ਨੇ ਕਿ ਜਿਹੜੇ ਰੱਬ ਦੀ ਤੂੰ ਪੂਜਾ ਕਰਦਾ ਹੈ, ਉਹਨੂੰ ਨਾ ਦੁੱਧ ਦੀ ਲੋੜ ਹੈ, ਨਾ ਉਹਨੂੰ ਖੀਰ ਦੀ ਲੋੜ ਹੈ। ਇਹ ਲੋੜਾਂ ਸਾਰੀਆਂ ਤੇਰੇ ਵਾਸਤੇ ਨੇ। ਨਾ ਉਹਨੂੰ ਫੁੱਲਾਂ ਦੀ ਲੋੜ ਹੈ, ਨਾ ਉਹਨੂੰ ਸੁਗੰਧੀਆਂ ਦੀ ਲੋੜ ਹੈ। ਪਰ ਜਿਹੜਾ ਸਾਡਾ ਪਰਮਾਤਮਾ ਉਹ ਸਾਹਮਣੇ ਬੈਠਾ ਹੈ, ਉਹਨੂੰ ਠੰਡ ਵੀ ਲੱਗਦੀ ਹੈ, ਉਹਨੂੰ ਗਰਮੀ ਵੀ ਲੱਗਦੀ ਹੈ। ਫਿਰ ਉਹਨੂੰ ਅਸੀਂ ਕੀ ਕਰਦੇ ਹਾਂ? ਉਸ ਨੂੰ ਸਿਰ ਝੁਕਾਉਣਾ, ਅਸੀਂ ਧਾਰਮਿਕ ਗ੍ਰੰਥਾਂ ਨੂੰ ਸਿਰ ਝੁਕਾਉਣਾ, ਸਾਡਾ ਸਤਿਕਾਰ ਦੇਣਾ ਬਹੁਤ ਵਧੀਆ ਗੱਲ ਹੈ। ਅਸੀਂ ਬਣਦਾ ਹੈ ਸਾਡਾ ਸਤਿਕਾਰ, ਕਿਉਂਕਿ ਸਾਡੇ ਜਦੋਂ ਅਸੀਂ ਬੱਚੇ ਹਾਂ, ਸਕੂਲ ਦੇ ਵਿੱਚ ਪੜ੍ਹਦੇ ਹਾਂ, ਤੇ ਸਾਡੇ ਹੱਥ ਦੇ ਵਿੱਚੋਂ ਕੋਈ ਧਾਰਮਿਕ ਜਾਂ ਕੋਈ ਕਾਪੀ ਜਿਹਦੇ ਉੱਤੇ ਅਸੀਂ ਆਪ ਲਿਖਿਆ ਹੁੰਦਾ, ਉਹ ਵੀ ਡਿੱਗ ਪਏ ਨਾ, ਅਸੀਂ ਮੱਥੇ ਨੂੰ ਲਾ ਲੈਂਦੇ ਹਾਂ। ਹੁਣ ਉਹ ਕਾਪੀ ਕਿਤੇ ਖਾਲੀ ਹੋਵੇ ਤੇ ਕਿਤੇ ਡਿੱਗੀ ਪਈ ਹੋਵੇ ਤੇ ਅਸੀਂ ਮੱਥੇ, ਪਰ ਉਹਨਾਂ ਅੱਖਰਾਂ ਦੀ ਕੀਮਤ ਹੈ, ਅੱਖਰਾਂ ਦੀ ਕੀਮਤ ਹੈ ਜਿਨ੍ਹਾਂ ਦੇ ਵਿੱਚੋਂ ਸਾਨੂੰ ਗਿਆਨ ਮਿਲਣਾ ਹੈ, ਜਿਨ੍ਹਾਂ ਵਿੱਚੋਂ ਸਾਨੂੰ ਕੁਝ ਲੱਭਣਾ ਹੈ। ਉਹਨਾਂ ਅੱਖਰਾਂ ਨੂੰ ਆਪਾਂ ਸਿਰ ਝੁਕਾਉਣੇ ਆ, ਉਹਨਾਂ ਸ਼ਬਦਾਂ ਨੂੰ ਸਿਰ ਝੁਕਾਉਣੇ ਆ, ਮੱਥੇ ਨੂੰ ਲਾ ਲੈਂਦੇ ਆ ਵੀ ਇਹਨਾਂ ਨੇ ਸਾਨੂੰ ਚਾਨਣ ਦੇਣਾ ਹੈ। ਇਹ ਸਾਡੇ ਲਈ ਇੱਕ ਲਾਲਟੈਨ ਨੇ ਕਿ ਅਸੀਂ ਹਨੇਰੇ ਦੇ ਵਿੱਚ ਪਏ ਹੋਵਾਂਗੇ। ਕਿ ਜਿਵੇਂ ਇੱਕ ਸ਼ਬਦ ਬਣਾਇਆ ਨਾ, ਕਈ ਸ਼ਬਦ ਇਹੋ ਜਿਹੇ ਨੇ ਜਿਵੇਂ ਕਹਿੰਦੇ ਨੇ ਵੀ ਕਾਲਾ ਅੱਖਰ ਭੈਂਸ ਬਰਾਬਰ। ਇਹਦਾ ਮਤਲਬ ਕੀ ਹੈ? ਵੀ ਜਿਹੜਾ ਬੰਦੇ ਕੋਲ ਸ਼ਬਦ ਨਹੀਂ ਹੈਗਾ, ਉਹਦੇ ਲਈ ਜਿਵੇਂ ਇੱਕ ਭੈਂਸ ਹੈ, ਉਵੇਂ ਉਹਦੇ ਲਈ ਇਹ ਅੱਖਰ ਹੈ। ਇਹਨੂੰ ਇਹ ਨਹੀਂ ਪਤਾ ਵੀ ਇਹਦੇ ਵਿੱਚੋਂ ਲੱਭਣਾ ਕੀ ਹੈ। ਜਿਹੜੇ ਬੰਦੇ ਕੋਲ ਅੱਖਰ ਦਾ ਗਿਆਨ ਆ ਗਿਆ, ਉਹਨੇ ਅੱਖਰ ਨੂੰ ਭੈਂਸ ਬਰਾਬਰ ਨਹੀਂ, ਉਹਨੇ ਅੱਖਰ ਨੂੰ ਮੱਤ ਬਰਾਬਰ ਸਮਝ ਲਿਆ ਵੀ ਇਹਦੇ ਵਿੱਚੋਂ ਕੁਝ ਲੱਭਣਾ ਹੈ, ਕੁਝ ਮਿਲਣਾ ਹੈ। ਇਵੇਂ ਸ਼ਬਦ ਨੂੰ ਅਸੀਂ ਸਿਰ ਝੁਕਾਇਆ। ਤੇ ਗੁਰੂ ਨਾਨਕ ਸਾਹਿਬ ਜੀ ਵੀ ਇਹੀ ਗੱਲ ਕਹਿੰਦੇ ਨੇ। ਸਿੱਧ ਪੁੱਛਦੇ ਨੇ ਵੀ ਤੁਹਾਡਾ ਕਿਹੜਾ ਗੁਰੂ ਹੈ? ਇੰਨੀਆਂ ਉੱਚੀਆਂ ਗੱਲਾਂ ਕਰਨ ਵਾਲੇ ਹੋ ਤੁਸੀਂ, ਬਹੁਤ ਸੋਹਣਾ ਸੁਝਾਅ ਦਿੰਦੇ ਹੋ, ਬੜਾ ਸਮਝਾਉਂਦੇ ਹੋ, ਤੁਹਾਡਾ ਗੁਰੂ ਕਿਹੜਾ ਹੈ? ਤੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਮੇਰਾ ਗੁਰੂ ਇੱਕ ਹੀ ਹੈ, ਸ਼ਬਦ ਗੁਰੂ ਸੁਰਤ ਧੁਨ ਚੇਲਾ। ਮੇਰਾ ਗੁਰੂ ਸ਼ਬਦ ਹੈ, ਸ਼ਬਦ। ਤੇ ਕਦੀ ਕਿਸੇ ਗੁਰੂ ਸਾਹਿਬ ਜੀ ਨੇ ਇਹ ਨਹੀਂ ਆਖਿਆ ਵੀ ਸ਼ਬਦ ਨੂੰ ਪੂਜਣਾ ਨਹੀਂ ਹੈ।
ਸ਼ਬਦ ਦੇ ਰਾਹੀਂ ਅਸੀਂ ਅਕਾਲ ਪੁਰਖ ਪ੍ਰਮਾਤਮਾ ਜੀ ਦੀ ਪੂਜਾ ਕਰਨੀ ਹੈ, ਸ਼ਬਦ ਦੇ ਰਾਹੀਂ। ਹੁਣ ਗੁਰੂ ਨਾਨਕ ਸਾਹਿਬ ਜੀ ਦਾ ਜਿਹੜਾ ਰੱਬ ਹੈ ਉਹਦੇ ਵਿੱਚ ਇੱਕ ਹੋਰ ਫਰਕ ਹੈ। ਅਸੀਂ ਜਿਹੜਾ ਸਾਡਾ ਬਣਾਇਆ ਹੋਇਆ ਰੱਬ ਹੈ ਉਹਨੂੰ ਚੁੱਕ ਕੇ ਕਿਤੇ ਵੀ ਲਿਜਾ ਸਕਦੇ ਹਾਂ, ਉਹਨੂੰ ਆਪਣੀ ਮਰਜ਼ੀ ਅਨੁਸਾਰ ਨਵਾਂ ਰੂਪ ਵੀ ਦੇ ਸਕਦੇ ਹਾਂ, ਉਹਨੂੰ ਪੇਂਟ ਵੀ ਕਰ ਸਕਦੇ ਹਾਂ, ਉਹਨੂੰ ਬਿਰਧ ਵੀ ਹੁੰਦਾ ਹੈ, ਉਹ ਮਰਦਾ ਜੰਮਦਾ ਵੀ, ਸਾਰਾ ਕੁਝ ਖਾਂਦਾ ਪੀਂਦਾ ਵੀ ਹੈ। ਪਰ ਜਿਹੜਾ ਗੁਰੂ ਨਾਨਕ ਸਾਹਿਬ ਜੀ ਦਾ ਰੱਬ ਹੈ ਉਹ ਕਹਿੰਦੇ ਨੇ ਉਹ ਸੁਗੰਧੀ ਵਰਗਾ ਹੈ। ਸੁਗੰਧੀ ਜਿਨ੍ਹਾਂ ਨੂੰ ਅਸੀਂ ਸੁੰਘ ਤਾਂ ਸਕਦੇ ਹਾਂ ਪਰ ਦੇਖ ਨਹੀਂ ਸਕਦੇ, ਇਹ ਗੁਰੂ ਨਾਨਕ ਸਾਹਿਬ ਜੀ ਦਾ ਰੱਬ ਹੈ। ਪੋਹਪ ਮਦ ਜਿਉਂ ਬਾਸ ਬਸਤ ਹੈ, ਕਹਿੰਦੇ ਨੇ ਜਿਵੇਂ ਫੁੱਲ ਦੇ ਵਿੱਚ ਸੁਗੰਧੀ ਵਸਦੀ ਹੈ, ਸੁਗੰਧੀ ਅਸੀਂ ਲੈ ਸਕਦੇ ਹਾਂ, ਸੁਗੰਧੀ ਨੂੰ ਅਸੀਂ ਦੇਖ ਨਹੀਂ ਸਕਦੇ। ਪੋਹਪ ਮਦ ਜਿਉਂ ਬਾਸ ਬਸਤੈ ਮੁੱਕਰ ਮਹਿ ਜੈਸੇ ਸ਼ਾਈ, ਕਹਿੰਦੇ ਨੇ ਮੁੱਕਰ ਕਹਿੰਦੇ ਨੇ ਸ਼ੀਸ਼ੇ ਨੂੰ। ਹੁਣ ਸ਼ੀਸ਼ੇ ਦੇ ਵਿੱਚ ਜਿਹੜਾ ਪਰਛਾਵਾਂ ਹੈ ਉਹਨੂੰ ਅਸੀਂ ਪਕੜ ਨਹੀਂ ਸਕਦੇ, ਪਰਛਾਵੇਂ ਨੂੰ ਫੜ ਨਹੀਂ ਸਕਦੇ। ਮੁੱਕਰ ਮੈਂ ਜੈਸੇ ਸ਼ਾਈ ਤੈਸੇ ਹੀ ਹਰ ਬਸੇ ਨਿਰੰਤਰ, ਕਹਿੰਦੇ ਨੇ ਤਿਵੇਂ ਹੀ ਅਕਾਲ ਪੁਰਖ ਪਰਮਾਤਮਾ ਨਿਰੰਤਰ ਸਾਰਿਆਂ ਜੀਵਾਂ ਦੇ ਵਿੱਚ ਵਸਦਾ ਪਿਆ ਹੈ। ਘੱਟ ਹੀ ਖੋਜੋ ਭਾਈ ਉਸ ਵਾਹਿਗੁਰੂ ਨੂੰ ਹਿਰਦੇ ਦੇ ਵਿੱਚ ਖੋਜਣਾ ਕਰੋ, ਉਹਨੂੰ ਅੰਦਰੋਂ ਲੱਭੋ। ਅਕਾਲ ਪੁਰਖ ਪਰਮਾਤਮਾ ਹਿਰਦੇ ਦੇ ਵਿੱਚੋਂ ਪ੍ਰਗਟ ਹੋਣਾ ਹੈ, ਅੰਦਰੋਂ ਅਕਾਲ ਪੁਰਖ ਪਰਮਾਤਮਾ ਲੱਭਣਾ ਹੈ। ਤੇ ਗੁਰਬਾਣੀ ਤਾਂ ਇਥੋਂ ਕਹਿ ਦਿੰਦੀ ਕਿ ਕਹਿੰਦੇ ਨੇ ਜਿਹੜਾ ਅਕਾਲ ਪੁਰਖ ਪਰਮਾਤਮਾ ਹੈ ਨਾ ਉਹ ਜੂਨੀਆਂ 'ਚ ਨਹੀਂ ਆਉਂਦਾ, ਤੇ ਜਿਹੜਾ ਬੰਦਾ ਜੂਨੀਆਂ 'ਚ ਕਹਿੰਦਾ ਨਾ ਰੱਬ ਜੂਨੀਆਂ 'ਚ ਆਉਂਦਾ ਹੈ, ਸੋ ਮੁਖ ਜਲੋ ਜਿੱਤ ਕਹੇ ਠਾਕੁਰ ਜੋਨੀ, ਕਹਿੰਦੇ ਉਹ ਮੁਖ ਸੜ ਜਾਵੇ ਜਿਹੜਾ ਕਹਿੰਦਾ ਰੱਬ ਜੂਨੀਆਂ 'ਚ ਆਉਂਦਾ ਹੈ। ਰੱਬ ਜੂਨੀਆਂ 'ਚ ਨਹੀਂ ਆਉਂਦਾ। ਸੋ ਮੁਖ ਜਲੋਂ ਜਿੱਤ ਕੇ ਠਾਕੁਰ ਜੋਨੀ, ਤੇ ਜੂਨ ਮਿੱਟੀ ਤੋਂ ਲੈ ਕੇ ਪੱਥਰ ਤੱਕ, ਚੀਟੀ ਕੀੜੀ ਤੋਂ ਲੈ ਕੇ ਹਾਥੀ ਤੱਕ, ਇਹ ਸਭ ਜੂਨਾਂ ਨੇ। ਇਥੋਂ ਤੱਕ ਕਿ ਜਿਹੜੀ ਅਸੀਂ ਬਿਲਡਿੰਗ ਬਣਾਈ ਹੈ ਭਾਵੇਂ ਕਿ ਉਹਦੇ ਵਿੱਚ ਪੱਥਰ ਜਾਂਦੇ ਹੁੰਦੇ ਆ, ਪੱਥਰ ਦੀ ਵੀ ਕੋਈ ਬੁਨਿਆਦ ਹੈ, ਲੋਹੇ ਦੀ ਵੀ ਕੋਈ ਬੁਨਿਆਦ ਹੈ, ਕਿਸੇ ਨਾ ਕਿਸੇ ਬਿਲਡਿੰਗ ਦੀ ਕੋਈ ਬੁਨਿਆਦ ਹੈ। ਪਰ ਕਹਿੰਦੇ ਜਿਹੜਾ ਅਕਾਲ ਪੁਰਖ ਪਰਮਾਤਮਾ ਨਾ ਉਹ ਸਦੀਵ ਕਾਲ ਹੈ। ਇਸ ਕਰਕੇ ਕਹਿ ਦਿੱਤਾ ਆਦ ਸੱਚ ਜੁਗਾਦ ਸੱਚ। ਜਦੋਂ ਯੁੱਗ ਹੁਣ ਵਰਤ ਰਿਹਾ ਸਮਾਂ ਨਾ, ਹੁਣ ਵੀ ਪਹਿਲਾਂ ਵੀ ਪਰਮਾਤਮਾ ਸੀਗਾ, ਹੁਣ ਵੀ ਹੈ ਪਰਮਾਤਮਾ। ਜੇ ਅਸੀਂ ਹੋਂਦ ਨੂੰ ਨਹੀਂ ਮੰਨਦੇ ਤੇ ਇਹ ਕਿਵੇਂ ਹੋ ਗਿਆ ਕਿ ਜਿਨ੍ਹਾਂ ਨੇ ਪਰਮਾਤਮਾ ਨੂੰ ਲੱਭਾ ਉਹਨਾਂ ਨੇ ਪਰਮਾਤਮਾ ਦੇ ਦਰਸ਼ਨ ਕੀਤੇ, ਉਹਨਾਂ ਨੇ ਪਰਮਾਤਮਾ ਨੂੰ ਦੇਖਿਆ, ਜਾਂ ਉਹਨਾਂ ਨੇ ਪਰਮਾਤਮਾ ਜੀ ਦੀ ਹੋਂਦ ਨੂੰ ਮਾਣਿਆ, ਉਹਨਾਂ ਨੇ ਕਹਿ ਦਿੱਤਾ ਕਿ ਹਾਂ ਪਰਮਾਤਮਾ ਹੈਗਾ ਹੈ। ਪਰ ਕਈਆਂ ਨੇ ਪਰਮਾਤਮਾ ਜੀਆਂ ਨੂੰ ਚੈਲੰਜ ਵੀ ਕੀਤਾ ਕਿ ਪਰਮਾਤਮਾ ਹੈਗਾ ਹੀ ਨਹੀਂ ਹੈ। ਹਰਨਾਖਸ਼ ਕੀ ਕਹਿੰਦਾ ਸੀਗਾ? ਇਹੀ ਗੱਲ ਕਹਿੰਦਾ ਸੀ ਨਾ ਪ੍ਰਹਿਲਾਦ ਨੂੰ, ਇੱਕ ਹੀ ਗੱਲ ਕਹਿੰਦਾ ਸੀ ਨਾ, ਕਹਿੰਦਾ ਦੱਸ ਤੇਰਾ ਪਰਮਾਤਮਾ ਕਿੱਥੇ ਹੈ, ਤੈਨੂੰ ਕਿਵੇਂ ਬਚਾਏਗਾ? ਫਿਰ ਪ੍ਰਹਿਲਾਦ ਕਹਿੰਦਾ ਪਰਮਾਤਮਾ ਹੈਗਾ ਹੈ, ਤੇ ਹਰਨਾਖਸ਼ ਕਹਿੰਦਾ ਨਹੀਂ ਪਰਮਾਤਮਾ ਹੈ ਨਹੀਂ, ਪਰਮਾਤਮਾ ਨਹੀਂ ਹੈਗਾ। ਪਰ ਉਹ ਕਿੱਥੋਂ ਚੀਜ਼ ਪ੍ਰਗਟ ਹੋਈ? ਜਦੋਂ ਉਸ ਪ੍ਰਹਿਲਾਦ ਨੂੰ ਆਖਿਆ ਗਿਆ ਕਿ ਇੱਕ ਗਰਮ ਥੰਮ ਹੈ, ਉਸ ਥੰਮ ਨੂੰ ਤੂੰ ਜੱਫੀ ਪਾਉਣੀ ਹੈ। ਉਸ ਤਪਦੇ ਥੰਮ ਦੇ ਨਾਲ ਉਹ 5 ਸਾਲਾਂ ਦਾ ਜਿਹੜਾ ਬੱਚਾ ਹੈ ਉਹਦਾ ਭਰੋਸਾ ਕਿੱਡਾ ਵੱਡਾ ਹੈ, ਉਹਦਾ ਕਿੱਡਾ ਵੱਡਾ ਵਿਸ਼ਵਾਸ ਹੈ। ਉਹ ਕਹਿੰਦਾ ਕਿ ਮੈਨੂੰ ਪਰਮਾਤਮਾ ਬਚਾ ਲਵੇਗਾ। ਹਰਨਾਖਸ਼ ਕਹਿੰਦਾ ਤੈਨੂੰ ਨਹੀਂ ਬਚਾਵੇਗਾ ਪਰਮਾਤਮਾ। ਤੇ ਕਹਿੰਦੇ ਨੇ ਫਿਰ ਉਸ ਹਰਨਾਖਸ਼ ਦਾ ਨਾਸ਼ ਹੋਇਆ। ਜਿਵੇਂ ਕਬੀਰ ਸਾਹਿਬ ਜੀ ਨੂੰ ਜੰਜੀਰਾਂ ਬੰਨ ਕੇ ਤੇ ਕਹਿੰਦੇ ਨੇ ਨਦੀ ਦੇ ਵਿੱਚ ਸੁੱਟ ਦਿੱਤਾ, ਜੰਜੀਰ ਬੰਨ ਕੇ, ਜੰਜੀਰ ਬਾਂਧ ਕਰ ਖਰੇ ਕਬੀਰ, ਕਹਿੰਦੇ ਨੇ ਫਿਰ ਗੰਗਾ ਕੀ ਲਹਿਰ ਮੇਰੀ ਟੂਟੀ ਜੰਜੀਰ, ਗੰਗਾ ਦੀਆਂ ਲਹਿਰਾਂ ਦੇ ਵਿੱਚ ਉਹਨਾਂ ਨੂੰ ਸੁੱਟਿਆ ਗਿਆ ਤੇ ਕਹਿੰਦੇ ਨੇ ਉਹ ਜੰਜੀਰਾਂ ਟੁੱਟ ਗਈਆਂ। ਫਿਰ ਨਾਮਦੇਵ ਜੀ ਮੰਦਿਰ 'ਚ ਜਾਂਦੇ ਨੇ। ਹੁਣ ਰੱਬ ਤਾਂ ਮੰਦਿਰ 'ਚ ਬੈਠਾ ਸੀ ਨਾ, ਮੰਦਿਰ 'ਚ ਗਏ ਤੇ ਜਾ ਕੇ ਪੂਜਾ ਕਰਨ ਵਾਸਤੇ ਗਏ ਤੇ ਉੱਥੋਂ ਦੇ ਧਾਰਮਿਕ ਲੋਕਾਂ ਨੇ ਆਖਿਆ ਨਹੀਂ ਤੂੰ ਪੂਜਾ ਨਹੀਂ ਕਰ ਸਕਦਾ, ਤੂੰ ਇੱਥੇ ਨਹੀਂ ਬਹਿ ਸਕਦਾ,
ਤੂੰ ਪੂਜਾ ਨਹੀਂ ਕਰ ਸਕਦਾ। ਕਿਉਂ? ਕਿਉਂਕਿ ਤੂੰ ਛੋਟੀ ਜਾਤ ਵਾਲਾ ਹੈ, ਨੀਵੀਂ ਜਾਤ ਵਾਲਾ ਹੈ। ਪਰ ਕਹਿੰਦੇ ਨੇ ਲੈ ਕੰਬਲੀ ਚੱਲਿਓ ਪਰਥਾਏ, ਦੇਹੁਰੇ ਪਾਛੇ ਬੈਠਾ ਆਏ, ਜਿਉਂ ਜਿਉਂ ਨਾਮਾ ਹਰ ਗੁਣ ਉਚਰੇ, ਭਗਤ ਜਨਾ ਕੋ ਦੇਹੁਰਾ ਫਿਰੇ। ਉੱਥੇ ਵੀ ਰੱਬ ਨੂੰ ਚੈਲੰਜ ਕੀਤਾ ਗਿਆ, ਪਰ ਇੱਕ ਰੋ ਰਿਹਾ ਹੈ, ਇੱਕ ਕਹਿੰਦੇ ਰੱਬ ਸਾਡੇ ਮੰਦਿਰ 'ਚ ਹੀ ਵਸਦਾ ਹੈ, ਔਰ ਇੱਕ ਜਾ ਕੇ ਪਿੱਛੇ ਜਾ ਕੇ ਬਹਿ ਗਿਆ। ਉਹਨੂੰ ਪਤਾ ਹੈ ਕਿ ਅਕਾਲ ਪੁਰਖ ਪਰਮਾਤਮਾ ਮੇਰੀ ਜ਼ਰੂਰ ਸੁਣੇਗਾ। ਇਵੇਂ ਹੀ ਜੇ ਅੱਜ ਦਾ ਸਿੱਖ ਹੈ, ਉਹ ਕੀ ਕਰਦਾ ਹੈ? ਉਹ ਕਹਿੰਦਾ ਵੀ ਨਹੀਂ, ਗੁਰਦੁਆਰੇ ਦੇ ਵਿੱਚ ਹੀ ਪਰਮਾਤਮਾ ਹੈ। ਪਰ ਜਿਹੜਾ ਗੁਰੂ ਨਾਨਕ ਸਾਹਿਬ ਜੀ ਦਾ ਪਰਮਾਤਮਾ ਹੈ, ਉਹ ਤਾਂ ਜਹਾਂ ਜਹਾਂ ਪੇਖੋਂ ਤਾਂ ਹਜ਼ੂਰ ਦੂਰ ਕਤਹੁ ਨਾ ਜਾਈ, ਰਬ ਰਹਿਆ ਸਰਬੱਤਰ ਮੈਂ ਮਨ ਸਦਾ ਧਿਆਈ। ਇਹ ਇੱਕ ਟਿਕਾਣਾ ਹੈ, ਇੱਥੇ ਬੈਠ ਕੇ ਅਸੀਂ ਸਾਰੇ ਜਾਣੇ ਇਕੱਠੇ ਹੋ ਕੇ ਰੱਬ ਦੀਆਂ ਗੱਲਾਂ ਸੁਣਦੇ ਆਂ, ਰੱਬ ਦੇ ਬਾਰੇ ਸੁਣਦੇ ਆਂ। ਇਹ ਸਾਡੇ ਇਕੱਠਿਆਂ ਹੋਣ ਦਾ ਇੱਕ ਟਿਕਾਣਾ ਹੈ। ਪਰ ਜੇ ਅਸੀਂ ਆਖੀਏ ਵੀ ਕੇਵਲ ਪ੍ਰਮਾਤਮਾ ਵਸਦਾ ਹੀ ਇੱਥੇ ਹੈ, ਕੇਵਲ ਪ੍ਰਮਾਤਮਾ ਇੱਥੇ ਵਸਦਾ ਹੈ, ਤੇ ਫਿਰ ਆ ਜਿਹੜੀ ਗੁਰਬਾਣੀ ਨੇ ਸ਼ਬਦ ਦਿੱਤਾ ਹੈ ਵੀ ਘਟ ਘਟ ਵਿੱਚ ਪ੍ਰਮਾਤਮਾ ਵਸਦਾ ਹੈ, ਘਟ ਘਟ ਮੈਂ ਹਰ ਜੂ ਬਸੇ, ਸੰਤਨ ਕਹਿਓ ਪੁਕਾਰ। ਘਟ ਘਟ ਦਾ ਅਰਥ ਹੁੰਦਾ ਹੈ ਛੋਟੇ ਛੋਟੇ ਟੁਕੜਿਆਂ ਦੇ ਵਿੱਚ ਵੀ, ਧਰਤੀ ਦੇ ਛੋਟੇ ਛੋਟੇ ਟੁਕੜਿਆਂ ਦੇ ਵਿੱਚ ਵੀ ਪ੍ਰਮਾਤਮਾ ਵਸਦਾ ਹੈ। ਹਰੇਕ ਦੇ ਵਿੱਚ ਪ੍ਰਮਾਤਮਾ ਵਸਦਾ ਹੈ। ਇਸਤਰੀ ਪੁਰਸ਼ ਕੀੜਿਆਂ ਦੇ ਵਿੱਚ ਵੀ ਪ੍ਰਮਾਤਮਾ ਜੀ ਦੀ ਜੋਤ ਹੈ, ਸੱਤਾ ਹੈ ਪ੍ਰਮਾਤਮਾ ਜੀ ਦੀ। ਤੇ ਉਸ ਤੋਂ ਬਾਅਦ ਸੁਖਮਨੀ ਸਾਹਿਬ ਜੀ ਦਾ ਇੱਕ ਸ਼ਬਦ ਹੈ, ਕਹਿੰਦੇ ਵੇਖੋ ਜਿਹੜਾ ਬੰਦੇ ਦਾ ਬਣਾਇਆ ਹੋਇਆ ਪ੍ਰਮਾਤਮਾ ਹੈ, ਉਹ ਉਸੇ ਬੰਦੇ ਦੀ ਹਿਫਾਜ਼ਤ ਕਰਦਾ ਹੈ ਜਿਹੜਾ ਉਹਦੇ ਅਨੁਸਾਰ ਚੱਲਦਾ, ਜਿਹੜਾ ਬੰਦੇ ਦੇ ਬਣਾਇਆ ਹੋਇਆ ਪ੍ਰਮਾਤਮਾ ਹੈ ਇਨਸਾਨ ਦਾ। ਹੁਣ ਜਿਹੜਾ ਸਿੱਖਾਂ ਦਾ ਧਾਰਮਿਕ ਗ੍ਰੰਥ ਹੈ, ਧਾਰਮਿਕ ਜਿਹੜਾ ਸਿੱਖਾਂ ਦਾ ਗ੍ਰੰਥ ਹੈ, ਉਹਦੇ ਵਿੱਚ ਵੀ ਅਸੀਂ ਕਹਿ ਦਿੰਦੇ ਹਾਂ ਕਿ ਨਹੀਂ, ਇਸ ਨੂੰ ਸਿੱਖ ਹੀ ਪੜ੍ਹ ਸਕਦਾ ਹੈ, ਸਿੱਖ ਹੀ ਇਹਦੀ ਸੇਵਾ ਕਰ ਸਕਦਾ। ਹਾਂ, ਇਹ ਗੱਲ ਰਹਿਤ ਮਰਿਆਦਾ ਦੇ ਵਿੱਚ ਲਿਖੀ ਹੈ ਵੀ ਜਦੋਂ ਕਿਤੇ ਪਾਠ ਸੰਗਤ ਨੂੰ ਸਰਵਣ ਕਰਾਉਣਾ ਹੈ, ਉਦੋਂ ਪੂਰਨ ਸਿੱਖ ਹੋਵੇ। ਅਖੰਡ ਪਾਠ ਸਾਹਿਬ ਸਰਵਣ ਕਰਾਉਣਾ ਹੈ ਜਾਂ ਸੰਗਤ ਦੇ ਵਿੱਚ ਜਿਵੇਂ ਆਪਾਂ ਉਪਦੇਸ਼ ਕਰਦੇ ਪਏ ਹਾਂ, ਉਹ ਸਿੱਖ ਹੋਵੇ, ਤਾਂ ਕਿ ਉਹਦੇ ਉੱਪਰ ਕੋਈ ਇਹ ਨਾ ਆਖ ਸਕੇ ਕਿ ਜਿਵੇਂ ਕੋਈ ਆਣ ਕੇ ਆਮ ਬੰਦਾ ਆਖੇ ਵੀ ਜਿਹਦੇ ਸਿਰ ਦੇ ਉੱਪਰ ਕੇਸ ਨਾ ਆਉਣ, ਉਹ ਕਵੇ ਵੀ ਤੂੰ ਅੰਮ੍ਰਿਤ ਛਕੋ, ਸਾਧ ਸੰਗਤ ਅੰਮ੍ਰਿਤ ਛਕੋ, ਸੇਵਾ ਕਰੋ, ਤਾਂ ਅਸੀਂ ਉਹਨੂੰ ਝੱਟ ਕਹਿ ਸਕਦੇ ਹਾਂ ਕਿ ਆਪ ਤਾਂ ਬਾਬਾ ਜੀ ਤੁਸੀਂ ਛਕਿਆ ਨਹੀਂ ਹੈ ਤੇ ਸਾਨੂੰ ਉਪਦੇਸ਼ ਦਿੰਦੇ ਹੋ। ਇਸ ਕਰਕੇ ਜਿਹੜਾ ਉਪਦੇਸ਼ਕ ਹੈ ਜਾਂ ਗੁਰਬਾਣੀ ਦਾ ਪਾਠ ਸੰਗਤੀ ਰੂਪ ਦੇ ਵਿੱਚ ਸਰਵਣ ਕਰਾਉਣਾ ਹੈ, ਉਦੋਂ ਸਿੱਖ। ਪਰ ਪੜ੍ਹ ਹਰ ਕੋਈ ਸਕਦਾ ਹੈ, ਕੋਈ ਵੀ ਪੜ੍ਹ ਸਕਦਾ ਹੈ, ਕੋਈ ਵੀ ਪੜ੍ਹ ਸਕਦਾ ਹੈ। ਪਰ ਸਿੱਖਾਂ ਨੇ ਕੀ ਕੀਤਾ, ਇਹਨਾਂ ਨੂੰ ਘਰੇ ਲਿਜਾਇਆ ਗਿਆ, ਸੋਹਣਾ ਵਸਤਰ ਪਹਿਨਾਇਆ ਗਿਆ, ਵਸਤਰ ਪਹਿਨਾ ਕੇ ਤੇ ਧੂਪ ਅਗਰਬੱਤੀਆਂ ਦਿੱਤੀਆਂ ਗਈਆਂ। ਧੂਪ ਅਗਰਬੱਤੀਆਂ ਜਿਹੜੀਆਂ ਨੇ ਦੇ ਦਿੱਤੀਆਂ ਗਈਆਂ। ਤੇ ਜਦੋਂ ਆਖਿਆ ਗਿਆ ਵੀ ਪਾਠ ਨਹੀਂ, ਕਹਿੰਦੇ ਨਹੀਂ ਜੀ ਪਾਠ ਤੇ ਨਹੀਂ, ਸ਼ਰਧਾ ਸਾਡੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜ਼ਰੂਰ ਹੈਗੀ ਹੈ, ਸਾਡਾ ਵੀ ਗੁਰੂ ਹੈ ਗੁਰੂ ਗ੍ਰੰਥ ਸਾਹਿਬ, ਗੁਰੂ ਸਭ ਦਾ ਹੀ ਹੈ, ਪਰ ਧੂਪਾਂ ਦੇਣ ਵਾਸਤੇ ਨਹੀਂ, ਪੜ੍ਹਨ ਵਾਸਤੇ ਹੈ, ਸ਼ਬਦ ਨੂੰ ਗਾਉਣ ਵਾਸਤੇ ਹੈ। ਔਰ ਸਿੱਖਾਂ ਦੇ ਕੋਲ ਅੱਜ ਕੱਲ ਜਿਵੇਂ ਇਹੀ ਸ਼ਬਦ ਲੈ ਲਓ, ਸੁਖਮਨੀ ਸਾਹਿਬ ਦੀ ਬਾਣੀ ਸਾਰੇ ਸਿੱਖ ਬਹੁਤ ਪੜ੍ਹਦੇ ਨੇ, ਦੂਜੇ ਵੀ ਧਾਰਮਿਕ ਲੋਕ ਪੜ੍ਹਦੇ ਹੋਣਗੇ, ਪਰ ਜਦੋਂ ਸਿੱਖ ਪੜ੍ਹਦਾ ਹੈ ਨਾ, ਉਹਨੂੰ ਥੋੜਾ ਜਿਹਾ ਫਰਕ ਲੱਗਣਾ ਚਾਹੀਦਾ ਹੈ। ਉਹ ਫਰਕ ਕਿਵੇਂ ਹੈ? ਇੱਕ ਸ਼ਬਦ ਹੈ ਜਪਜੀ ਸਾਹਿਬ ਜੀ ਦੇ ਵਿੱਚ, ਆਦ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਇੱਥੇ ਸ਼ਬਦ ਕਿਹੜਾ ਹੈ? ਭੇ ਸੱਚ। ਕਿੰਨੇ ਕੁ ਲੋਕ ਨੇ ਜਿਹੜੇ ਇੱਥੇ ਵੀ ਭੀ ਪੜ ਜਾਂਦੇ ਨੇ, ਫਿਰ ਉਹੀ ਕਹਿੰਦੇ ਹੋਣਗੇ ਵੀ ਹਾਂਜੀ ਸਾਡੇ ਵਰਗਾ ਸਿੱਖ ਹੀ ਨਹੀਂ ਕੋਈ ਹੈਗਾ। ਬਹੁਤ ਪੱਕੇ ਸਿੱਖਾਂ ਸੀ, ਕੱਟੜ ਸਿੱਖ, ਤੇ ਜਦੋਂ ਬਾਣੀ ਪੜ੍ਹਦੇ ਆ ਉਦੋਂ ਕੱਟੜਤਾ ਕਿੱਥੇ ਚਲੀ ਜਾਂਦੀ ਹੈ? ਸਮਾਂ ਨਹੀਂ ਹੈਗਾ ਜੀ ਉਸ ਸਮੇਂ। ਕੱਟੜਤਾ ਕਹਾਉਣ ਵੇਲੇ ਸਾਡੇ ਕੋਲ ਸਮਾਂ ਹੈ, ਅਸੀਂ ਕੱਟੜ ਸਿੱਖ ਹੁੰਨੇ ਆ। ਸਿੱਖ ਸਿੱਖ ਹੀ ਹੁੰਦਾ, ਕੱਟੜ ਸਿੱਖ ਕੋਈ ਨਹੀਂ ਹੁੰਦਾ। ਸਿੱਖ ਤਾਂ ਸਿਰਫ ਸਿੱਖ ਹੀ ਹੈ ਨਾ। ਇਹ ਕਿਹੜਾ ਸਿੱਖ ਹੋਇਆ ਕੱਟੜ ਸਿੱਖ? ਅਜੇ ਤੱਕ ਤਾਂ ਕਦੀ ਸੁਣਿਆ ਨਹੀਂ, ਨਾ ਕਦੀ ਲਿਖਿਆ ਪੜਿਆ ਵੀ ਕੱਟੜ ਸਿੱਖ। ਨਾ ਵੀ ਗੁਰੂ ਨਾਨਕ ਸਾਹਿਬ ਜੀ ਨੇ ਇਹ ਸ਼ਬਦ ਲਾਇਆ,
ਨਾ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸ਼ਬਦ ਲਾਇਆ ਵੀ ਮੈਂ ਗੁਰੂ ਦਾ ਕੱਟੜ ਸਿੱਖ ਹਾਂ। ਇਹ ਅਸੀਂ ਸ਼ਬਦ ਬਣਾ ਲਿਆ ਕੱਟੜ ਸਿੱਖ। ਕੱਟੜ ਸਿੱਖ ਕੌਣ ਹੁੰਦਾ ਹੈ? ਕਹਿੰਦੇ ਵੀ ਬਹੁਤ ਵੱਡੀ ਮਰਿਆਦਾ। ਫਿਰ ਜਿਹੜਾ ਸਾਡਾ ਬਣਾਇਆ ਹੋਇਆ ਰੱਬ ਹੈ ਉਹ ਕੀ ਕਰਦਾ ਹੈ? ਉਹ ਲੜਾਈਆਂ ਪਾਉਂਦਾ ਹੈ। ਉਹ ਲੜਾਈਆਂ ਕਿਵੇਂ ਪਾਉਂਦਾ ਹੈ? ਜਿਹੜਾ ਦਮਾਲੇ ਵਾਲਾ ਹੈ ਉਹ ਪੱਗ ਵਾਲੇ ਨਾਲ ਨਫ਼ਰਤ ਕਰਦਾ ਹੈ, ਜਿਹੜਾ ਪੱਗ ਵਾਲਾ ਹੈ ਉਹ ਦਮਾਲੇ ਵਾਲੇ ਨਾਲ ਨਫ਼ਰਤ ਕਰਦਾ ਹੈ। ਇਹ ਬਣਾਇਆ ਉਹ ਸਾਡਾ ਰੱਬ ਹੈ। ਉਹ ਕਹਿੰਦੇ ਵੀ ਨਹੀਂ, ਇਹ ਦਮਾਲਾ ਜਿਹੜਾ ਇਹ ਬਾਬੇ ਦੀ ਬਖਸ਼ਿਸ਼ ਹੈ, ਪੱਗ ਜਿਹੜੀ ਹੈ ਇਹ ਬਾਬੇ ਦੀ ਬਖਸ਼ਿਸ਼ ਨਹੀਂ ਹੈਗੀ। ਹੁਣ ਇਹ ਕੱਟੜ ਸਿੱਖਤਾ ਵਾਲੇ ਗੱਲ ਹੈ ਨਾ। ਫਿਰ ਹੋਰ ਕਿਹੜੇ ਕਿਹੜੇ ਆਪਾਂ ਕਰਮ ਕਰਦੇ ਆ। ਜਦੋਂ ਲੰਗਰ ਬਣਾਇਆ ਜਾਂਦਾ ਹੈ, ਕੜਾਹ ਪ੍ਰਸ਼ਾਦ ਨੂੰ, ਕਿਰਪਾਨ ਸਿਰਫ ਕੜਾਹ ਪ੍ਰਸ਼ਾਦ ਨੂੰ ਭੇਟਾ ਕੀਤੀ ਜਾਂਦੀ ਹੈ, ਲੰਗਰ ਨੂੰ ਨਹੀਂ। ਇਹ ਰਹਿਤ ਮਰਿਆਦਾ ਦੇ ਵਿੱਚ ਲਿਖਿਆ ਹੈ ਕਿ ਲੰਗਰ ਨੂੰ ਜਿਹੜੀ ਹੈ ਕਿਰਪਾਨ ਭੇਟਾ ਨਹੀਂ ਕੀਤੀ ਜਾਂਦੀ, ਨਹੀਂ ਕੀਤੀ ਜਾਂਦੀ। ਫਿਰ ਆਪਾਂ ਸਭ ਕੁਝ ਨੂੰ ਆਪਾਂ ਉਹਨੂੰ ਵੀ ਭੋਗ ਲਵਾ ਦਿੱਤਾ, ਉਹਨੂੰ ਵੀ ਭੋਗ ਲਵਾ ਦਿੱਤਾ, ਸਭ ਨੂੰ ਜੋ ਮਰਜ਼ੀ ਹੈ ਬਾਬਾ ਜੀ ਨੂੰ ਖਵਾਉਣਾ। ਧੱਕੇ ਨਾ ਖਵਾਉਣ ਦੇਣਾ, ਸਭ ਕੁਝ ਧੱਕੇ ਨਾ ਖਵਾਈ ਜਾ ਰਹੇ। ਅਸੀਂ ਆਪਣੇ ਬਣਾਏ ਹੋਏ ਰੱਬ ਨੂੰ, ਤੇ ਜਿਹੜਾ ਰੱਬ ਸਾਨੂੰ ਰਿਜ਼ਕ ਦਿੰਦਾ ਹੈ, ਅਸੀਂ ਉਸੇ ਤੇਰਾ ਤੁਝ ਕੋ ਸੌਂਪਤੇ। ਕਬੀਰ ਸਾਹਿਬ ਜੀ ਕਹਿੰਦੇ ਨੇ ਨਾ, ਕਿਆ ਲਾਗੇ ਮੇਰਾ। ਸੌਂਪਤੇ ਦਾ ਮਤਲਬ ਇਹ ਨਹੀਂ ਹੁੰਦਾ ਵੀ ਅਸੀਂ ਉਹਦਾ ਰੱਬ ਜੀਆਂ ਨੂੰ ਸਾਰਾ ਕੁਝ ਲਿਆ ਕੇ ਇਕੱਠਾ ਕਰਕੇ ਬਾਬਾ ਜੀ ਦੇ ਅੱਗੇ ਰੱਖ ਦਿੱਤਾ। ਹੁਣ ਬਾਬਾ ਅਸਲੀ ਕਿਹੜਾ ਹੈ? ਸਿੱਖ ਕਹਿੰਦਾ ਹੈ ਮੇਰਾ ਬਾਬਾ ਅਸਲੀ ਹੈ, ਹਿੰਦੂ ਵੀਰ ਕਹਿੰਦੇ ਨੇ ਸਾਡਾ ਧਾਰਮਿਕ ਅਸਲੀ ਹੈ, ਇਸਲਾਮ ਵਾਲੇ ਕਹਿੰਦੇ ਨੇ ਸਾਡਾ ਅਸਲੀ ਹੈ। ਫਿਰ ਕਬੀਰ ਸਾਹਿਬ ਜੀ ਕਿਹੜੇ ਬਾਬੇ ਦੀ ਜਾ ਗੱਲ ਕਰਦੇ ਨੇ ਵੀ ਸਾਰਾ ਕੁਝ ਤਨ ਮਨ ਧਨ ਸਭ ਸੌਂਪ? ਕਿਹੜੇ ਬਾਬੇ ਦੀ ਗੱਲ ਕਰਦੇ ਨੇ? ਕਬੀਰ ਸਾਹਿਬ ਕਹਿੰਦੇ ਨੇ ਵੀ ਸਾਰਾ ਕੁਝ ਰੱਬ ਜੀ ਨੂੰ ਅਰਪਣ ਕਰ ਦਵਾਂ ਮੈਂ। ਤੇਰਾ ਤੁਝ ਕੋ ਸੌਂਪਤੇ ਕਿਆ ਲਾਗੇ ਮੇਰਾ। ਕਬੀਰ ਮੇਰਾ ਮੁਝ ਮੈਂ ਕਿਛ ਨਹੀਂ, ਮੇਰਾ ਮੁਝ ਵੀ ਮੇਰਾ ਨਹੀਂ ਹੈਗਾ। ਮੁਝ ਤੋਂ ਭਾਵ ਜਿਹੜੀ ਮੈਂ ਕਰਦਾ ਪਿਆ ਨਾ, ਜਿਹੜੀ ਮੇਰੀ ਆ ਜ਼ਬਾਨ ਚੱਲਦੀ ਹੈ, ਇਹ ਜ਼ਬਾਨ ਵੀ ਰੱਬ ਜੀਆਂ ਦੀ ਵੱਲੋਂ ਬਖਸ਼ਿਸ਼ ਕੀਤੀ ਹੋਈ ਹੈ। ਸਵਾਸ ਗਏ, ਜ਼ਬਾਨ ਬੰਦ ਹੋ ਗਈ। ਹੁਣ ਸਵਾਸ ਕਿੰਨੇ ਦਿੱਤੇ ਨੇ? ਅਕਾਲ ਪੁਰਖ ਪਰਮਾਤਮਾ ਨੇ, ਸਾਡੇ ਬਣਾਏ ਹੋਏ ਰੱਬ ਨੇ ਨਹੀਂ, ਗੁਰੂ ਨਾਨਕ ਸਾਹਿਬ ਜੀ ਦੇ ਰੱਬ ਜੀ ਨੇ ਸਾਨੂੰ ਇਹ ਰਸਨਾ ਦਿੱਤੀ ਹੈ। ਵੈਦ ਕਹੇ ਹੋ ਹੀ ਭਲਾ। ਸਾਡਾ ਰੱਬ ਬਿਮਾਰ ਹੁੰਦਾ ਹੈ, ਉਹਨੂੰ ਠੰਡ ਲੱਗਦੀ ਹੈ, ਉਹਨੂੰ ਗਰਮੀ ਲੱਗਦੀ ਹੈ। ਪਰ ਜਿਹੜਾ ਗੁਰੂ ਨਾਨਕ ਸਾਹਿਬ ਜੀ ਦਾ ਰੱਬ ਹੈ, ਉਹ ਕਹਿੰਦੇ ਨੇ ਵੀ ਹੁਣ ਇੱਕ ਵੈਦ ਆਖੇ ਵੀ ਮੈਂ ਭਲਾ, ਮੇਰੇ ਕੋਲ ਦਵਾਈ ਹੈ, ਰੋਗ ਆਏਗਾ ਤੇ ਮੈਂ ਦਵਾਈ ਖਾ ਲਵਾਂਗਾ, ਰੋਗ ਖਤਮ, ਬਿਮਾਰੀ ਖਤਮ, ਸਰੀਰ ਤੰਦਰੁਸਤ, ਸਵਾਸ ਚੱਲ ਪਏ। ਪਰ ਜਿਹੜਾ ਗੁਰੂ ਨਾਨਕ ਸਾਹਿਬ ਜੀ ਦਾ ਰੱਬ ਹੈ, ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਠੀਕ ਹੈ ਤੂੰ ਵੈਦ ਹੈ, ਤੂੰ ਇਲਾਜ ਕਰ ਸਕਦਾ ਹੈ ਆਪਦਾ, ਆਪਣੇ ਆਪ ਨੂੰ ਬਚਾ ਸਕਦਾ ਹੈ, ਪਰ ਜਿਹੜਾ ਮੇਰਾ ਰੱਬ ਹੈ ਉਹਦੇ ਅਧੀਨ ਤੇਰੇ ਸਵਾਸ ਚੱਲਦੇ ਨੇ, ਉਹਦੇ ਅਧੀਨ। ਕਿ ਇਹ ਤੋਂ ਵਸਤ ਗੋਪਾਲ ਕੀ, ਇਹ ਤਾਂ ਵਸਤੂ ਗੋਪਾਲ ਦੀ ਹੈ, ਰੱਬ ਦੀ ਹੈ ਨਾ। ਜਦ ਭਾਵੇ ਲੈ ਖਸ, ਜਦੋਂ ਉਹ ਜੀ ਕਰੇ ਉਹਨੂੰ ਲੈ ਜਾਣਾ ਹੈ। ਇਸੇ ਕਰਕੇ ਮਹਾਰਾਜ ਕਹਿੰਦੇ ਨੇ ਵੇਖ, ਜੇ ਅਕਾਲ ਪੁਰਖ ਪਰਮਾਤਮਾ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਪੇ ਸੱਚ। ਜੇ ਉਹ ਸੱਚ ਹੈ ਨਾ, ਇਹ ਗੱਲ ਤੈਨੂੰ ਮੰਨ ਕੇ ਚੱਲਣੀ ਪਵੇਗੀ ਵੀ ਉਹ ਕੁਝ ਵੀ ਕਰਨ ਦੇ ਸਮਰਾਥੀ। ਅਸੀਂ ਝਕਾਉਣਾ ਕਿਉਂ ਹੈ? ਕਿਉਂਕਿ ਜਿਸ ਠਾਕੁਰ ਸਿਉ ਨਾਹੀ ਚਾਰਾ ਤਾਕੋ ਕੀਜੈ ਸਾਧ ਨਮਸਕਾਰਾ। ਸਾਡਾ ਪਰਮਾਤਮਾ ਕਿਤੇ ਮੂਰਤੀ ਤੋੜ ਦਿੱਤੀ ਜਾਂਦੀ ਹੈ ਸਾਡੇ ਬਣਾਏ ਹੋਏ ਪਰਮਾਤਮਾ ਜੀ ਦੀ, ਕਿਤੇ ਉਹਨੂੰ ਪਾਣੀ ਦੇ ਵਿੱਚ ਰੋੜਿਆ ਜਾਂਦਾ ਹੈ। ਠੀਕ ਹੈ ਨਾ, ਰੱਬ ਦਾ ਬਣਾਇਆ ਹੋਇਆ ਪਾਣੀ ਤੇ ਰੱਬ ਨੂੰ ਹੀ ਰੋੜ ਕੇ ਲੈ ਗਿਆ। ਰੱਬ ਦਾ ਬਣਾਇਆ ਹੋਇਆ ਇਹ ਜੀਵ ਹੈ ਤੇ ਰੱਬ ਨੂੰ ਹੀ ਇਹਨੇ ਡੰਡੇ ਮਾਰ ਕੇ ਤੋੜ ਦਿੱਤਾ। ਠੀਕ ਹੈ, ਰੱਬ ਦਾ ਬਣਾਈ ਹੋਈ ਅੱਗ ਹੈ ਤੇ ਰੱਬ ਨੂੰ ਹੀ ਇਸ ਅੱਗ ਨੇ ਸਾੜ ਦਿੱਤਾ। ਮਤਲਬ ਅੱਗ ਜਿਹੜੀ ਹੈ ਉਹ ਰੱਬ ਨਾਲੋਂ ਜ਼ਿਆਦਾ ਭਿਆਨਕ ਹੈ। ਬੰਦਾ ਜਿਹੜਾ ਉਹਨੇ ਮੂਰਤੀ ਤੋੜ ਦਿੱਤੀ, ਬੰਦੇ ਨਾਲੋਂ ਰੱਬ ਕਮਜ਼ੋਰ ਹੈ। ਬੰਦੇ ਦਾ ਬਣਾਇਆ ਹੋਇਆ ਰੱਬ ਜਿਹੜਾ ਹੈ ਉਹ ਫਿਰ ਜਾਤਾਂ ਪਾਤਾਂ 'ਚ ਵੀ ਆਉਂਦਾ ਹੈ, ਉਹ ਜਾਤਾਂ ਪਾਤਾਂ 'ਚ ਵੀ ਆਉਂਦਾ ਹੈ, ਉਸੇ ਉਹਦੀਆਂ ਜਾਤਾਂ ਵੀ ਨੇ, ਪਾਤਾਂ ਵੀ ਨੇ। ਪਰ ਪਰਮਾਤਮਾ ਜੀ ਦੀ ਕੋਈ ਜਾਤ ਨਹੀਂ ਹੈ, ਕੋਈ ਰੂਪ ਨਹੀਂ ਹੈ, ਕੋਈ ਰੇਖ ਨਹੀਂ ਹੈ। ਫਿਰ ਜੇ ਮੰਨ ਕੇ ਚੱਲੋ, ਜੇ ਪਰਮਾਤਮਾ ਕੋਈ ਲਿਖ ਦਵੇ, ਕਿਉਂਕਿ ਗੁਰਬਾਣੀ ਦੇ ਵਿੱਚ ਲਿਖਿਆ ਹੈ ਕਿ ਪਰਮਾਤਮਾ ਬਹੁਤ ਸੁੰਦਰ ਹੈ, ਅਨੂਪ ਹੈ। ਸੁਖਮਨੀ ਸਾਹਿਬ ਜੀ ਦੀ ਬਾਣੀ ਹੈ, ਜੇ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰੋ ਸਦਾ ਅਨੂਪ। ਅਨੂਪ ਦਾ ਅਰਥ ਹੁੰਦਾ ਹੈ ਜਿਹਦੇ ਰੂਪ ਦੀ ਕੋਈ ਮਿਣਤੀ ਨਹੀਂ ਹੈ ਵੀ ਉਹ ਕਿੰਨਾ ਸੋਹਣਾ ਹੈ, ਕਿੰਨਾ ਜ਼ਿਆਦਾ ਸੁਨੱਖਾ ਹੈ। ਅੱਜ ਵੀ ਸੰਸਾਰ ਦੇ ਵਿੱਚ ਕਾਲੇ ਗੋਰੇ ਦਾ ਵਹਿਮ ਭਰਮ ਪਿਆ ਹੋਇਆ ਹੈ, ਪਰ ਅੱਜ ਜਿਹੜੇ ਕਾਲੇ ਬਚੇ ਹੋਏ ਨਾ, ਉਹ ਇਸੇ ਕਰਕੇ ਬਚੇ ਹੋਏ ਨੇ ਕਿ ਸਾਨੂੰ ਅਜੇ ਤੱਕ ਭੇਦ ਹੀ ਨਹੀਂ ਪਤਾ ਲੱਗਾ ਕਿ ਪਰਮਾਤਮਾ ਕਿਹੜੇ ਰੰਗ ਦਾ। ਨਹੀਂ ਤਾਂ ਅਸੀਂ ਇਹਨਾਂ ਨੂੰ ਜੀਉਣ ਥੋੜਾ ਦੇਣਾ ਸੀਗਾ। ਫਿਰ
ਅਕਾਲ ਪੁਰਖ ਪਰਮਾਤਮਾ ਨੇ ਸਾਰੇ ਸੰਸਾਰ ਦੇ ਜੀਵ ਬਣਾਏ ਨੇ, ਫਿਰ ਇਹਨਾਂ ਨੇ ਕਈਆਂ ਨੂੰ ਆਪਣੀ ਮਰਜ਼ੀ ਰੱਬ ਦਾ ਉਹ ਸਾਡਾ ਬਣਾਇਆ ਹੋਇਆ ਰੱਬ ਕਹਿੰਦਾ ਨਹੀਂ ਨਹੀਂ, ਜਿਹੜੀ ਇਸਤਰੀ ਉਹ ਮਾੜੀ ਹੈ। ਪਰ ਜਿਹੜਾ ਗੁਰੂ ਨਾਨਕ ਸਾਹਿਬ ਜੀ ਦਾ ਬਣਾਇਆ ਹੋਇਆ ਰੱਬ ਹੈ, ਉਹ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ, ਕਹਿੰਦੇ ਕਿਉਂ ਮਾੜੀ ਹੈ? ਸੋ ਕਿਉਂ ਮੰਦਾ ਆਖੀਏ ਜਿਤ ਜੰਮੇ ਰਜਾਨੂ ਨੂੰ ਮੰਦਾ ਕਿਉਂ ਆਖੇ ਜਾਵੇ, ਜਦੋਂ ਤੋਂ ਰਿਸ਼ਤੇਦਾਰੀਆਂ ਚੱਲਦੀਆਂ ਨੇ, ਜਿਹਦੇ ਤੋਂ ਸਾਰੇ ਸਾਖ ਸੰਬੰਧੀ ਸੰਸਾਰ ਦੀ ਉਤਪਤੀ ਚੱਲਦੀ ਹੈ। ਹੁਣ ਸਾਡਾ ਬਣਾਇਆ ਹੋਇਆ ਰੱਬ ਕਹਿੰਦਾ ਨਹੀਂ, ਵੀ ਕਹਿੰਦਾ ਗੁਰਦੁਆਰੇ ਦੇ ਵਿੱਚ ਬੀਬੀ ਨਹੀਂ ਆ ਸਕਦੀ, ਗੁਰਦੁਆਰੇ ਦੇ ਵਿੱਚ ਪਾਠ ਨਹੀਂ ਬੀਬੀ ਕਰ ਸਕਦੀ, ਹਨ ਪੰਜਾਂ ਪਿਆਰਿਆਂ ਦੇ ਵਿੱਚ ਬੀਬੀ ਨਹੀਂ ਲੱਗ ਸਕਦੀ। ਇਹ ਸਾਡੇ ਬਣਾਏ ਹੋਏ ਅਗਲੇ ਜਿਹੜੇ ਰੱਬ ਨੇ ਨਾ, ਉਹਨਾਂ ਨੂੰ ਅਸੀਂ ਆਪਣੇ ਅਧੀਨ ਕਰ ਲਿਆ। ਪਰ ਜਿਹੜਾ ਗੁਰੂ ਨਾਨਕ ਸਾਹਿਬ ਜੀ ਦਾ ਰੱਬ ਹੈ, ਉਹ ਇੱਕ ਅਕਾਲ ਪੁਰਖ ਪਰਮਾਤਮਾ, ਇੱਕ ਓੰਗ, ਓੰਗ ਉਹਦਾ ਨਾਮ ਹੈ। ਕਾਰ ਤੋਂ ਜਿਹੜੀ ਉੱਪਰ ਜਿਹੜੀ ਲੱਗੀ ਹੋਈ ਲਕੀਰ, ਜਿਹਨੂੰ ਆਪਾਂ ਕਹਿੰਦੇ ਓੰਕਾਰ, ਉਹਦੇ ਅਧੀਨ ਸਾਰਾ ਕੁਝ ਹੈ, ਉਹਦੇ ਸਾਰਾ ਕੁਝ ਉਹਦੇ ਅਧੀਨ ਚੱਲਦਾ ਹੈ। ਸਤਨਾਮ, ਉਹ ਸਦਾ ਸਤਨਾਮ ਹੈ, ਸਦਾ ਰਹਿਣ ਵਾਲਾ ਹੈ। ਹੁਣ ਗੱਲ ਤਾਂ ਕੋਈ ਨਹੀਂ ਹੈ, ਸ਼ਬਦਾਂ ਦਾ ਹੇਰ ਫੇਰ ਹੈ ਬਸ। ਆਪਾਂ ਸਤਨਾਮ ਕਹਿੰਦੇ ਆ, ਕੋਈ ਰਾਮ ਨਾਮ ਸਤ ਕਹੀ ਜਾਂਦਾ। ਗੱਲ ਤਾਂ ਫਰਕ ਕੋਈ ਨਹੀਂ ਹੈ, ਸਿਰਫ ਸ਼ਬਦਾਂ ਦਾ ਹੇਰ ਫੇਰ ਹੈ। ਕਹੇ ਉਹ ਵੀ ਰਹੇ ਨੇ ਰਾਮ ਨਾਮ ਸਤ ਹੈ, ਤੇ ਆਪਾਂ ਵੀ ਕਹਿ ਦਿੱਤਾ ਸਤਨਾਮ। ਹੁਣ ਰਾਮ ਨਾਮ ਸਤ ਕਹਿ ਦਾਂਗੇ ਤਾਂ ਵੀ ਰੱਬ ਦੀ ਉਸਤਤ ਹੈ, ਸਤਨਾਮ ਕਹਿ ਦਾਂਗੇ ਤਾਂ ਵੀ ਰੱਬ ਦੀ ਉਸਤਤ ਹੈ। ਪਰ ਇਹ ਫਰਕ ਪਾ ਲਿਆ ਨਹੀਂ, ਰਾਮ ਨਾਮ ਸਤ ਜਿਹੜਾ ਉਹ ਹਿੰਦੂਆਂ ਦਾ ਗੁਰੂ ਹੈ, ਜਿਹੜਾ ਸਤਨਾਮ ਹੈ ਉਹ ਸਿੱਖਾਂ ਦਾ ਗੁਰੂ ਹੈ। ਅਕਾਲ ਪੁਰਖ ਪਰਮਾਤਮਾ ਸਾਰਿਆਂ ਦਾ ਸਾਂਝਾ ਹੈ, ਤੇ ਇਹ ਗੱਲ ਗੁਰਬਾਣੀ ਨੇ ਸਪਸ਼ਟ ਕੀਤੀ ਹੈ ਵੀ ਉਹਦੇ ਉੱਪਰ ਹੱਕ ਨਹੀਂ ਕੋਈ ਜਮਾ ਸਕਦਾ। ਜੇ ਕੋਈ ਆਪਣਾ ਹੱਕ ਜਮਾਉਣਾ ਚਾਹਵੇ, ਨਹੀਂ ਰੱਬ ਮੇਰਾ ਹੀ ਹੈ, ਰੱਬ ਮੇਰਾ ਹੀ ਹੈ ਇਕੱਲਾ, ਮੈਂ ਹੀ ਉਹਦੇ ਤੋਂ ਕੁਝ ਕਰਾ ਸਕਦਾ। ਤੇ ਗੁਰਬਾਣੀ ਕਹਿੰਦੀ ਆਪਨ ਬਾਪੇ ਨਾਹੀਂ ਕਿਸੀ ਕੋ, ਸਾਡੀ ਖਰੀਦੀ ਹੋਈ ਜ਼ਮੀਨ ਦੇ ਉੱਪਰ ਸਾਡਾ ਅਸੀਂ ਅਧਿਕਾਰ ਕਹਿ ਸਕਦੇ ਹਾਂ, ਕਰ ਸਕਦੇ ਹਾਂ। ਭਾਵੇਂ ਕਿ ਗੁਰਬਾਣੀ ਨੇ ਇਹ ਗੱਲ ਕਹੀ ਹੈ ਵੀ ਕੁਛ ਨਹੀਂ ਤੇਰੇ ਨਾਲ, ਬਹੁ ਪਰਪੰਚ ਕਰ ਪਰ ਧਨ ਲਿਆਵੇ, ਸੋਦਾ ਰਾਪੇ ਆਣ ਲਟਾਵੇ, ਮਨ ਮੇਰੇ ਭੂਲੇ ਕਪਟ ਨਾ ਕੀਜੇ, ਅੰਤ ਨਬੇਰਾ ਤੇਰੇ ਜੀ ਪੇ ਲੇਜੇ। ਇਹ ਸਾਰਾ ਕੁਛ ਜ਼ਮੀਨ ਭੂਮ ਜਾਇਦਾਦ ਸਭ ਕੁਛ ਇੱਥੇ ਰਹਿ ਜਾਣਾ ਹੈ, ਕੋਈ ਵੀ ਤੇਰੇ ਨਾਲ ਨਹੀਂ ਨਿਭਣਾ। ਪਰ ਫਿਰ ਵੀ ਜੇ ਕੋਈ ਬੰਦਾ ਆਖੇ ਵੀ ਇਹ ਮੇਰਾ ਸਾਰਾ ਕੁਛ, ਸਭ ਕੁਛ ਮੇਰਾ ਹੈ, ਤੇ ਗੁਰਬਾਣੀ ਕਹਿੰਦੀ ਪਰਮਾਤਮਾ ਦੇ ਉੱਪਰ ਕੋਈ ਆਪਣਾ ਅਧਿਕਾਰ ਜਮਾ ਨਹੀਂ ਸਕਦਾ। ਹਾਂ ਇੱਕ ਗੱਲ ਹੈਗੀ ਹੈ, ਜਿਹੜੇ ਭਗਤ ਜਨ ਹੁੰਦੇ ਨੇ ਉਹਨਾਂ ਦੇ ਹਿਰਦੇ ਦੇ ਵਿੱਚ ਪਰਮਾਤਮਾ ਵਸ ਦੇ ਵਿੱਚ ਹੁੰਦਾ ਹੈ। ਪਰ ਜੇ ਕੋਈ ਕਵੇ ਨਹੀਂ ਪਰਮਾਤਮਾ ਕੱਲਾ ਮੇਰਾ ਹੈ, ਹੋਰ ਕੋਈ ਜਪ ਨਹੀਂ ਸਕਦਾ, ਤੇ ਕਹਿੰਦੇ ਆਪਨ ਬਾਪੇ ਨਾਹੀਂ ਕਿਸੀ ਕੋ, ਕਿਸੇ ਦੇ ਬਾਪੂ ਦਾ ਖਰੀਦਿਆ ਹੋਇਆ ਰੱਬ ਨਹੀਂ ਹੈ। ਜਿਵੇਂ ਆਪਾਂ ਕਹਿ ਸਕਦੇ ਨਾ ਵੀ ਇਹ ਮੇਰੇ ਬਾਪੂ ਦੀ ਜ਼ਮੀਨ ਹੈ, ਇਹ ਮੇਰੇ ਬਾਪ ਦਾਦਿਆਂ ਨੇ ਖਰੀਦੀ ਸੀਗੀ, ਇਹ ਮੇਰੇ ਦਾਦਾ ਜੀ ਨੇ ਖਰੀਦੀ ਸੀ, ਪੜਦਾਦਾ ਜੀ ਨੇ ਖਰੀਦੀ ਸੀ, ਆਪਾਂ ਕਹਿੰਦੇ ਹਾਂ ਨਾ। ਪਰ ਰੱਬ ਨੂੰ ਇਹ ਗੱਲ ਨਹੀਂ ਕਹਿ ਸਕਦੇ ਵੀ ਇਹ ਮੇਰੇ ਬਾਪੂ ਨੇ ਪਾਲਿਆ ਸੀ, ਮੇਰੇ ਬਾਪੂ ਨੇ ਰੱਬ ਨੂੰ ਲੱਭਾ ਸੀ, ਮੇਰੇ ਬਾਪੂ ਨੇ ਖਰੀਦਿਆ। ਭਾਵਨ ਕੋ ਹਰ ਰਾਜਾ ਭਾਵਨਾ ਬਣਾਉ, ਉਹ ਭਾਵੇਂ ਸਿੱਖ, ਹਿੰਦੂ, ਸਿੱਖ, ਮੁਸਲਮ, ਈਸਾਈ ਕੋਈ ਵੀ ਹੋਵੇ, ਅਸੂਲ ਅਨੁਸਾਰ ਚੱਲੇ ਕਿ ਰੱਬ ਬਣਾਇਆ ਨਹੀਂ ਜਾਂਦਾ, ਅਸੀਂ ਰੱਬ ਵੱਲੋਂ ਬਣਾਏ ਗਏ ਆ। ਫਿਰ ਉਹ ਪਰਮਾਤਮਾ ਤੱਕ ਪਹੁੰਚ ਸਕਦਾ ਹੈ, ਰੱਬ ਨੂੰ ਮਿਲ ਸਕਦਾ ਹੈ। ਫਿਰ ਆਪਨ ਬਾਪੇ ਨਾਹੀਂ ਕਿਸੀ ਕੋ ਭਾਵਨ ਕੋ ਹਰ ਰਾਜਾ। ਤੇ ਕਹਿੰਦੇ ਨੇ ਇਸੇ ਤਰੀਕੇ ਦੇ ਨਾਲ ਪ੍ਰਮਾਤਮਾ ਹੈ ਪੇ ਸੱਚ ਨਾਨਕ ਹੋਸੀ। ਪੇ ਸੱਚ ਜਿਹੜਾ ਆਪਾਂ ਸ਼ਬਦ ਪੜ੍ਹਦੇ ਨਾ, ਆਦ ਪੂਰਨ, ਮੱਧ ਪੂਰਨ, ਅੰਤ ਪੂਰਨ ਪਰਮੇਸ਼ਰ ਹੈ। ਇਹਦਾ ਅਰਥ ਬਣਦਾ ਹੈ ਕਿ ਸ਼ੁਰੂ ਤੋਂ ਵੀ ਪ੍ਰਮਾਤਮਾ ਪੂਰਾ ਸੀਗਾ, ਮੱਧ ਤੋਂ ਭਾਵ ਵਿਚਕਾਰਲਾ ਪਾਸਾ, ਤੇ ਅੰਤ ਪੂਰਨ ਜਦੋਂ ਕਿਤੇ ਸੰਸਾਰ ਨੂੰ ਖਤਮ ਕਰ ਦੇਵੇ, ਕਿਉਂਕਿ ਰੱਬ ਦੀ ਬਣਾਈ ਹੋਈ ਸ੍ਰਿਸ਼ਟ ਹੈ। ਤੋਦੇ ਆਪੇ ਸ੍ਰਿਸ਼ਟ ਉਪਾਈ ਜੀ, ਤੋਦੇ ਆਪੇ ਸਿਰਜ ਸਭ ਗੋਈ, ਖਤਮ ਕਰ ਸਕਦਾ ਹੈ। ਖਿਨ ਮੈਂ ਥਾਪ ਉਥਾਪਦਾ ਤਿਸ ਬਿਨ ਨਹੀਂ ਕੋਈ, ਖਿਨ ਦੇ ਵਿੱਚ ਥਾਪ ਸਕਦਾ ਹੈ, ਖਿਨ ਦੇ ਵਿੱਚ ਖਤਮ ਕਰ ਸਕਦਾ ਹੈ। ਪਰਮਾਤਮਾ ਤੋਂ ਬਿਨਾ ਕੋਈ ਨਹੀਂ ਹੈਗਾ, ਪਰਮਾਤਮਾ ਤੋਂ ਬਿਨਾ ਕੋਈ ਵੀ ਨਹੀਂ ਹੈ। ਵੀ ਸੱਚ ਉਹ ਪਰਮਾਤਮਾ ਤਦੋਂ ਵੀ ਹੋਵੇਗਾ ਜਦੋਂ ਸਾਰਾ ਸੰਸਾਰ ਖਤਮ ਹੋ ਜਾਏਗਾ। ਇਸ ਕਰਕੇ ਅਕਾਲ ਪੁਰਖ ਪਰਮਾਤਮਾ ਨੂੰ ਜਪਣ ਵਾਸਤੇ ਸਿਰਫ ਰਸਨਾ ਦੀ ਅੰਦਰ ਦੀ ਜਿੰਦ ਜੀ ਲੋੜ ਹੈ। ਬੰਦਾ ਬਾਹਰੀ ਤੌਰ ਤੇ ਜਿਹੜੇ ਪਖੰਡ ਕਰਦਾ ਹੈ, ਜਿਵੇਂ ਗੁਰਬਾਣੀ ਦੇ ਆਪਾਂ ਸਤਿਕਾਰ ਕਰਦੇ ਹਾਂ, ਧੂਪਾਂ ਦੀਪਾਂ ਦਿੱਤੀਆਂ ਠੀਕ ਹੈ, ਪਰ ਉਹ ਕੇਵਲ ਰੁਮਾਲਿਆਂ ਦੇ ਵਿੱਚ ਰਹਿ ਕੇ ਉਹਨੂੰ ਧੂਪ ਦੀਪ ਨਹੀਂ, ਸਭ ਤੋਂ ਵੱਡਾ ਸਤਿਕਾਰ ਇਹਨੂੰ ਪੜ੍ਹਨਾ, ਸਭ ਤੋਂ ਵੱਡਾ ਸਤਿਕਾਰ ਇਹਨੂੰ ਪੜ੍ਹਨਾ। ਮੱਥੇ ਨਾਲ ਕਈ ਵਾਰ ਆਪਾਂ ਗੁਟਕਾ ਸਾਹਿਬ ਲਾ ਲੈਂਦੇ ਹਾਂ, ਕਈ ਵਾਰੀ ਅਸੀਂ ਗੁਟਕਾ ਸਾਹਿਬ ਨੂੰ ਚੁੰਮਦੇ ਵੀ ਹਾਂ,
ਵੀ ਇੱਕ ਪਾਸੇ ਕਹਿੰਦੇ ਪਏ ਸੀ ਪ੍ਰਮਾਤਮਾ ਜੀ ਨੂੰ ਕੋਈ ਝੂਠੀ ਚੀਜ਼ ਨਹੀਂ ਦੇਣੀ, ਤੇ ਉਸੇ ਗੁਟਕਾ ਸਾਹਿਬ ਨੂੰ ਚੁੰਮਦੇ ਹੁੰਦੇ ਆ। ਫਰਕ ਕਿੰਨਾ ਕੁ ਰਹਿ ਗਿਆ। ਫਿਰ ਗੁਟਕਾ ਸਾਹਿਬ ਨੂੰ ਮੱਥੇ ਨਾਲ ਲਾ ਲਿਆ, ਮੱਥੇ ਨਾਲ ਲਾਉਣ ਨੂੰ ਕੀ ਹੋ ਜਾਏਗਾ? ਠੀਕ ਹੈ, ਉਸ ਨੂੰ ਸਾਨੂੰ ਪੜ੍ਹਨਾ ਪਵੇਗਾ, ਉਸ ਦੀ ਵਿਚਾਰਧਾਰਾ ਨਾਲ ਸਾਨੂੰ ਜੁੜਨਾ ਪਵੇਗਾ। ਇਹ ਲੜਾਈਆਂ ਛੱਡ ਦਿਓ ਵੀ ਗੁਰੂ ਗ੍ਰੰਥ ਸਾਹਿਬ ਨੂੰ ਠੰਡ ਲੱਗਦੀ ਹੈ, ਗੁਰੂ ਗ੍ਰੰਥ ਸਾਹਿਬ ਨੂੰ ਗਰਮੀ ਲੱਗਦੀ ਹੈ। ਕਿਉਂ? ਜਦੋਂ ਆਪਾਂ ਲੜਦੇ ਹਾਂ, ਸਰਦੀ ਆ ਗਈ, ਕਹਿੰਦੇ ਆਪ ਤਾਂ ਤੁਸੀਂ ਦੋ ਦੋ ਰਜਾਈਆਂ ਲਈਆਂ, ਬਾਬੇ ਨੂੰ ਕਹਿੰਦੇ ਕੰਬਲ ਵੀ ਨਹੀਂ ਦਿੱਤਾ। ਪਰ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ, ਕਹਿੰਦੇ ਉਹ ਮੂਰਖਾ, ਉਹ ਜੂਨੀਆਂ 'ਚ ਨਹੀਂ ਆਉਂਦਾ ਰੱਬ। ਉਹ ਰੱਬ ਜੂਨੀਆਂ 'ਚ ਨਹੀਂ ਹੈਗਾ, ਉਹ ਰੱਬ ਦੀਆਂ ਬਣਾਈਆਂ ਹੋਈਆਂ ਸਰਦੀਆਂ ਰੁੱਤਾਂ ਨੇ। ਤੇ ਜੇ ਉਹਦੀ ਬਣਾਈ ਹੋਈ ਅੱਗ ਉਹਨੂੰ ਹੀ ਸਾੜ ਦੇ ਤੇ ਫਿਰ ਉਹ ਰੱਬ ਕਾਹਦਾ ਹੋਇਆ? ਉਹਦੀ ਬਣਾਈ ਹੋਈ ਸਰਦੀ ਉਹਨੂੰ ਹੀ ਠੰਡ ਲਵਾ ਦੇ, ਫਿਰ ਰੱਬ ਕਾਹਦਾ ਹੋਇਆ? ਉਹਦਾ ਬਣਾਇਆ ਹੋਇਆ ਪਾਣੀ ਉਹਨੂੰ ਹੀ ਡੋਬ ਦੇਵੇ ਤੇ ਫਿਰ ਉਹ ਪਾਣੀ ਉਹਦੇ ਹੁਕਮ ਦੇ ਵਿੱਚ, ਜਿਵੇਂ ਗੁਰਬਾਣੀ ਕਹਿੰਦੀ ਕਿ ਭੈ ਵਿੱਚ ਅਗਨ ਕਹੇ ਵਧੇ ਸਦਵਾਓ, ਭੈ ਵਿੱਚ ਚੱਲੇ ਲੱਖ ਦਰਿਆਓ, ਭੈ ਵਿੱਚ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੇ ਜੇ ਬੁਝੇ ਤਾਹੋ ਮੈਂ ਕਹੇ ਨਾ ਕੋਏ। ਹੁਕਮ ਕਿਹੜਾ ਬੁਝਣਾ ਹੈ? ਕਿ ਸਾਰਾ ਕੁਝ ਅਕਾਲ ਪੁਰਖ ਪਰਮਾਤਮਾ ਕਰਦਾ ਪਿਆ ਹੈ। ਜਦੋਂ ਸਾਨੂੰ ਇਹ ਸਮਝ ਲੱਗ ਗਈ, ਉਦੋਂ ਫਿਰ ਅਸੀਂ ਅਕਾਲ ਪੁਰਖ ਪਰਮਾਤਮਾ ਨੂੰ ਸਿਰ ਝੁਕਾਵਾਂਗੇ, ਅਕਾਲ ਪੁਰਖ ਪਰਮਾਤਮਾ ਜੀਆਂ ਨੂੰ ਮੰਨਾਂਗੇ। ਫਿਰ ਆ ਜ਼ਾਤਾਂ ਗੋਤਾਂ ਵਹਿਮਾਂ ਭਰਮਾਂ ਭੂਤ ਭੁਵੇਖ ਹੈ ਸਭ ਕੁਝ ਖਤਮ ਹੋ ਜਾਂਦਾ ਹੈ। ਫਿਰ ਉਦੋਂ ਨਹੀਂ ਇਹ ਰਹਿੰਦੀਆਂ ਚੀਜ਼ਾਂ ਵੀ ਕਿਹੜਾ ਰੱਬ ਦੀ ਜਿਆਦੀ ਪਵਿੱਤਰਤਾ ਮੰਨਦਾ ਹੈ, ਇਸ਼ਨਾਨ ਕਰਦਾ ਹੈ, ਸੁਚਮਤਾ ਰੱਖਦਾ ਹੈ। ਹਾਂ, ਉਹਦੀ ਬਣਾਈ ਹੋਈ ਹੋਂਦ ਨੂੰ ਸਮਝਣਾ ਚਾਹੀਦਾ ਹੈ ਕਿ ਸਾਰੇ ਜੀਵ ਉਸੇ ਦੇ ਬਣਾਏ ਹੋਏ ਨੇ। ਪਰ ਜਦੋਂ ਇਹ ਫਰਕ ਖਤਮ ਹੋ ਗਿਆ, ਫਿਰ ਤਾਂ ਸਾਪੀ ਖੁਦ ਗੁਰੂ ਨਾਨਕ ਸਾਹਿਬ ਜੀ ਦਾ ਰੂਪ ਬਣ ਜਾਂਦੇ ਆ। ਪਰ ਜਿਵੇਂ ਗੁਰੂ ਨਾਨਕ ਸਾਹਿਬ ਜੀ ਭਾਈ ਲਾਲੋ ਦਾ ਪ੍ਰਸ਼ਾਦਾ ਛਕ ਕੇ ਖੁਸ਼ ਹੁੰਦੇ ਨੇ ਨਾ, ਉਵੇਂ ਦੀ ਅਵਸਥਾ ਬਣਨੀ ਚਾਹੀਦੀ ਹੈ। ਫਿਰ ਜਿਵੇਂ ਗੁਰੂ ਨਾਨਕ ਸਾਹਿਬ ਜੀ ਮਲਕ ਭਾਗੋ ਨੂੰ ਕਹਿੰਦੇ ਨਾ, ਤੇਰਾ ਪ੍ਰਸ਼ਾਦਾ ਨਹੀਂ ਛਕਣਾ, ਸਾਨੂੰ ਨਹੀਂ ਚੰਗਾ ਲੱਗਦਾ, ਕਿਉਂ ਤੂੰ ਲੁੱਟਦਾ ਹੈ ਲੋਕਾਂ ਨੂੰ, ਇਵੇਂ ਦੀ ਅਵਸਥਾ ਬਣ ਸਕਦੀ ਹੈ? ਨਹੀਂ। ਅਸੀਂ ਤਾਂ ਵੱਡੇ ਲੋਕਾਂ ਨਾਲ ਫੋਟੋ ਖਿਚਾ ਕੇ ਅੱਜ ਦੇ ਸਮੇਂ ਦੇ ਵਿੱਚ ਖੁਸ਼ ਹੁੰਨੇ ਆ, ਤੇ ਗਰੀਬ ਬੰਦੇ ਨਾਲ ਅਸੀਂ ਧੱਕੇ ਮਾਰ ਕੇ ਦੂਰੋਂ ਭਜਾ ਦਿੰਨੇ ਆ। ਨਹੀਂ ਭਾਜਾ, ਤੇਰੇ ਵਾਸਤੇ ਤਾਂ ਗੁਰਦੁਆਰੇ ਦੀ ਦਾਲ ਵੀ ਨਹੀਂ ਹੈਗੀ, ਪ੍ਰਸ਼ਾਦਾ ਤਾਂ ਦੂਰ ਦੀ ਗੱਲ। ਇਸ ਕਰਕੇ ਸਾਡਾ ਬਣਾਇਆ ਹੋਇਆ ਪ੍ਰਮਾਤਮਾ ਉਹ ਸਾਡੇ ਅਧੀਨ ਹੈ। ਜਿਹੜਾ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਮਾਤਮਾ ਹੈ ਉਹ ਸਾਰਿਆਂ ਦੇ ਉੱਪਰ ਦਇਆ ਕਰਦਾ ਹੈ, ਸਭ ਦੇ ਉੱਪਰ ਵਿੱਚ ਵਸਦਾ ਹੈ, ਸਾਰਿਆਂ ਦਾ ਭਲਾ ਕਰਦਾ ਹੈ। ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਖਿਮਾ ਕਰਨੀਆਂ ਜੀ, ਪਿਆਰ ਸਤਿਕਾਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਸਾਹਿਬ ਜੀਓ।